नमस्कार आदाब सलाम सत श्री अकाल दोस्तों। मैं ਤੁਹਾਡਾ ਆਪਣਾ ਐਂਕਰ ਚੇਤਨ ਸ਼ਰਮਾ ਔਰ ਤੁਸੀਂ ਵੇਖ ਰਹੇ ਹੋ ਦਾ ਟਾਕ ਸ਼ੋ ਵਿਦ ਚੇਤਨ ਸ਼ਰਮਾ। ਔਰ ਸਾਡੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਹੀ ਸਿਤਾਰੇ ਔਰ ਸ਼ਖਸੀਅਤਾਂ ਅਤੇ ਸਮਾਜ ਸੇਵਕ ਆਉਂਦੇ ਆ, ਪਰ ਅੱਜ ਇੱਕ ਰਾਜਨੀਤੀ ਦਾ ਸਿਤਾਰਾ ਸਾਡੇ ਨਾਲ ਮੌਜੂਦ ਆ, ਜਿਸ ਦੇ ਪਿਤਾ ਜੀ ਸ਼੍ਰੀ ਵਿਸ਼ਵਾਮਿੱਤਰ ਸੇਖੜੀ ਜੀ ਨੇ ਬਟਾਲੇ ਸ਼ਹਿਰ ਵਾਸਤੇ ਬਹੁਤ ਕੁਝ ਕੀਤਾ ਔਰ ਉਹਨਾਂ ਦੇ ਸਿਧਾਂਤਾਂ ਦੇ ਚੱਲਦੇ ਹੋਏ ਅੱਜ ਇੰਦਰ ਸੇਖੜੀ ਜੀ ਵੀ ਬਟਾਲੇ ਸ਼ਹਿਰ ਦੇ ਲੋਕਾਂ ਦੀ ਸੇਵਾ ਕਰ ਰਹੇ ਨੇ ਔਰ ਹਰ ਦਿਲ ਅਜ਼ੀਜ਼ ਹੋ ਚੁੱਕੇ ਨੇ ਔਰ ਲੋਕਾਂ ਦਾ ਪਿਆਰ ਉਹਨਾਂ ਨੂੰ ਜਿਹੜਾ ਵਾ ਉਹ ਮਣਾ ਮੂੰਹ ਮਿਲ ਰਿਹਾ ਹੈ। ਸੋ ਸਾਡੇ ਨਾਲ ਅੱਜ ਮੌਜੂਦ ਨੇ ਇੰਦਰ ਸੇਖੜੀ ਜੀ। ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਸਰ ਤੁਹਾਡਾ। Thank you, Chetan. Thank you. My best wishes to you and to your channel. ਜੀ ਔਰ ਸਭ ਤੋਂ ਪਹਿਲਾਂ ਤਾਂ ਜਿਹੜੇ ਬਾਇਓਗ੍ਰਾਫੀ ਉੱਤੇ ਜਿਹੜਾ ਅਗਰ ਝਾਤੀ ਮਾਰੀਏ, ਤੁਸੀਂ ਇੱਕ ਰਾਜਨੀਤਿਕ ਪਰਿਵਾਰ ਤੋਂ, ਤੁਹਾਡੇ ਪਿਤਾ ਜੀ ਜਿਹੜੇ ਆ ਉਹ ਜੋ ਗੱਲ ਕਹਿੰਦੇ ਉਹ ਕਰਦੇ ਸੀਗੇ, ਉਸੇ ਹੀ ਜਿਹੜਾ ਲੜੀ ਤਹਿਤ ਤੁਸੀਂ ਵੀ ਜਿਹੜਾ ਵਾ ਅੱਜ ਵੀ ਕਹਿੰਦੇ ਕਮਿਟਮੈਂਟ ਦੇ ਬੜੇ ਪੱਕੇ ਹੋ। ਸੋ ਇਹ ਜਿਹੜਾ ਕਮਿਟਮੈਂਟ ਆ ਇਹ ਤੁਹਾਡੇ ਬਲੱਡ ਵਿੱਚ ਹੈਗੀ ਹੈ, ਕਮਿਟਮੈਂਟ ਜਿਹੜੀ ਜਿਹਨੂੰ ਜੋ ਕਹਿਤਾ ਉਹ ਕਰਕੇ ਦਿਖਾਉਣਾ। ਸੋ ਬਟਾਲੇ ਸ਼ਹਿਰ ਵਾਸਤੇ ਅੱਜ ਕਿਹੜੀ ਕਿਹੜੀ ਕਮਿਟਮੈਂਟਸ ਜਿਹੜੀ ਹੈ ਤੁਸੀਂ ਜਿਹੜੇ ਲੈ ਕੇ ਆਏ ਹੋ? ਬਟਾਲੇ ਸ਼ਹਿਰ ਵਾਸਤੇ ਮੇਰੇ ਇੱਕ ਆਪਣੀ ਇੱਕ ਵਿਜ਼ਨ ਹੈ। ਮੈਂ ਦੁਨੀਆ ਦੇ ਆਲਮੋਸਟ 30 ਤੋਂ 35 ਕੰਟਰੀਜ਼ ਘੁੰਮਿਆ, ਡਿਵੈਲਪ ਨੇਸ਼ਨ ਸਾਰੇ ਦੇਖੇ ਆ ਮੈਂ। ਔਰ ਜਦੋਂ ਮੈਂ ਉਹਨਾਂ ਕੰਟਰੀਜ਼ ਨੂੰ ਆਪਣੇ ਬਟਾਲੇ ਸ਼ਹਿਰ ਨਾਲ ਕੰਪੇਅਰ ਕਰਦਾ ਤਾਂ ਮੈਂ ਆਪਣੇ ਆਪ ਨੂੰ ਬਹੁਤ ਪਿਛੜਿਆ ਹੋਇਆ ਮਹਿਸੂਸ ਕਰਦਾ। ਔਰ ਮੇਰੀ ਇਹ ਵਿਜ਼ਨ ਹੈ ਕਿ ਮੈਂ ਆਪਣਾ ਸ਼ਹਿਰ ਜਿਹੜਾ ਬਟਾਲਾ, ਜਿਹੜਾ ਕਿ 550 ਸਾਲ ਪੁਰਾਣਾ ਸ਼ਹਿਰ ਹੈ, ਉਹਨੂੰ ਮੈਂ ਉਸੇ ਬੁਲੰਦੀਆਂ 'ਤੇ ਲਿਜਾਵਾਂ ਕਿ ਹਰ ਕੋਈ ਬਟਾਲੇ ਦਾ ਰਹਿਣ ਵਾਲਾ ਇਸ ਗੱਲ ਦਾ ਮਾਣ ਮਨਾਵੇ ਕਿ ਮੈਂ ਦੁਨੀਆ ਦੇ ਸਭ ਤੋਂ ਚੰਗੇ ਔਰ ਸਭ ਤੋਂ ਪੁਰਾਣੇ ਜਗ੍ਹਾ ਦੇ ਵਿੱਚ ਰਹਿ ਰਿਹਾ ਜੀ। ਔਰ ਅਗਰ ਦੇਖਿਆ ਜਾਵੇ ਤਾਂ ਬਟਾਲਾ ਇੱਕ ਇਤਿਹਾਸਿਕ ਸ਼ਹਿਰ ਹੈ। ਬਟਾਲੇ ਨੂੰ ਜ਼ਿਲ੍ਹਾ ਬਣਾਉਣ ਵਾਸਤੇ ਵੀ ਬਹੁਤ ਸਾਰੀਆਂ ਸੰਸਥਾਵਾਂ ਔਰ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਲੱਗੀਆਂ ਹੋਈਆਂ ਨੇ। ਸੋ ਬਟਾਲੇ ਨੂੰ ਜ਼ਿਲ੍ਹਾ ਬਣਾਉਣ ਵਿੱਚ ਜਿਹੜਾ ਵਾ ਲੋਕੀ ਆਪਣਾ ਸਹਿਯੋਗ ਕਰ ਰਹੇ ਨੇ। ਤੁਸੀਂ ਬਟਾਲੇ ਨੂੰ ਜ਼ਿਲ੍ਹਾ ਬਣਾਉਣ ਵਾਸਤੇ ਕੀ ਕੁਛ ਕਰ ਰਹੇ ਹੋ? ਬਟਾਲਾ ਡਿਸਟ੍ਰਿਕਟ ਅਨਾਊਂਸ ਤੇ 2002 ਤੋਂ 2007 ਦੀ ਜਿਹੜੀ ਕਾਂਗਰਸ ਸਰਕਾਰ ਬਣੀ ਸੀ ਉਦੋਂ ਹੋ ਜਾਣਾ ਚਾਹੀਦਾ ਸੀ। ਉਦੋਂ ਸਾਡੀ ਬਦਕਿਸਮਤੀ ਹੈ ਕਿ ਉਦੋਂ ਪਠਾਨਕੋਟ ਮੇਰੇ ਖਿਆਲ ਉਦੋਂ 2-3 ਜ਼ਿਲ੍ਹੇ ਬਣੇ ਸੀ, ਸ਼ਾਇਦ ਸਾਡਾ ਉਹ 'ਚ ਨੰਬਰ ਨਹੀਂ ਲੱਗਾ। ਹੁਣ ਵੀ ਜਿਹੜਾ ਵਾ ਲੋਕਾਂ ਦੀ ਪੁਰਜੋਰ ਡਿਮਾਂਡ ਹੈ ਔਰ ਬਹੁਤ ਜ਼ਰੂਰੀ ਹੈ ਕਿ ਬਟਾਲੇ ਸ਼ਹਿਰ ਨੂੰ ਡਿਸਟ੍ਰਿਕਟ ਦਾ ਜਿਹੜਾ ਵਾ ਦਰਜਾ ਮਿਲੇ। ਰੀਜ਼ਨ ਬੀਇੰਗ ਕਿ ਇੱਕ ਤਾਂ ਸਭ ਤੋਂ ਪੁਰਾਣਾ ਸ਼ਹਿਰ ਹੈ, ਕਿਸੇ ਵੇਲੇ ਸਾਡੇ ਇਲਾਕੇ ਦੀ ਰਾਜਧਾਨੀ ਵੀ ਰਿਹਾ, ਸਾਰੇ ਆਲ ਓਵਰ ਇੰਡੀਆ ਦੇ ਵਿੱਚ ਵੀ ਅਸੀਂ ਸਾਡਾ ਨਾਂ ਰਿਹਾ ਵਾ ਐਜ਼ ਏ ਕੈਪੀਟਲ ਸਿਟੀ। ਫਿਰ ਉਹਦੇ ਬਾਅਦ ਜਿੰਨੀਆਂ ਪ੍ਰੀ ਰਿਕੁਇਜ਼ਿਟਸ ਨੇ ਟੂ ਮੇਕ ਇਟ ਡਿਸਟ੍ਰਿਕਟ ਉਹ ਸਾਰੀਆਂ ਅਸੀਂ ਕੰਪਲਾਈ ਕਰਦੇ ਹਾਂ। ਤੀਸਰਾ, ਅਸੀਂ ਸਭ ਤੋਂ ਵੱਡਾ ਸ਼ਹਿਰ ਹੈ ਪੰਜਾਬ ਦੇ, ਚੌਥੇ ਸ਼ਹਿਰਾਂ 'ਚ ਹੈ ਅਤੇ ਅੱਜ ਤੱਕ ਅਸੀਂ ਡਿਸਟ੍ਰਿਕਟ ਦਾ ਦਰਜਾ ਅਸੀਂ ਹਾਸਲ ਨਹੀਂ ਕਰ ਪਾਏ। ਇਹ ਸਾਡੀ ਜਿਹੜੀ ਲੀਡਰਸ਼ਿਪ ਦੀ ਜਿਹੜੀ ਕਮਜ਼ੋਰੀ ਸਮਝੀ ਅਸੀਂ ਕਿ ਸਾਡੇ ਜਿਹੜੇ ਲੋਕਲ ਲੀਡਰਸ ਅਸੀਂ ਅੱਜ ਤੱਕ ਜਿਹੜੇ ਇਲੈਕਟ ਕਰਕੇ ਭੇਜੇ ਨੇ ਉਹਨਾਂ ਨੇ ਸਾਡਾ ਜਿਹੜਾ ਉੱਥੇ ਜ਼ਰੂਰਤ ਹੈ ਸਾਡੀ ਉਹ ਉੱਥੇ ਨਹੀਂ ਪਹੁੰਚਾਈ ਹੈ। ਔਰ ਸਾਨੂੰ ਜਿਹੜੀ ਸਾਡੀ ਜਾਇਜ਼ ਡਿਮਾਂਡ ਬਣਦੀ ਹੈ ਡਿਸਟ੍ਰਿਕਟ ਦੀ, ਬਟਾਲਾ ਡਿਸਟ੍ਰਿਕਟ ਦੀ ਬਣਾਉਣ ਦੀ, ਉਹ ਪੂਰੀ ਨਹੀਂ ਕਰਵਾ ਪਾਏ। ਮੈਂ ਆਪਣੇ ਬਟਾਲਾ ਵਾਸੀਆਂ ਇਸ ਗੱਲ ਦੀ ਇੰਸ਼ੋਰੈਂਸ ਦਿੰਦਾ ਕਿ ਸਾਡੀ ਸਰਕਾਰ ਆਉਣ 'ਤੇ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਬੇਨਤੀ ਕਰਾਂਗੇ ਕਿ ਬਟਾਲਾ ਸ਼ਹਿਰ ਨੂੰ ਡਿਸਟ੍ਰਿਕਟ ਬਣਾਇਆ ਜਾਵੇ। ਡਿਸਟ੍ਰਿਕਟ ਬਣਨ ਦੇ ਨਾਲ ਸਾਡੇ ਸ਼ਹਿਰ ਦੀਆਂ ਡਿਵੈਲਪਮੈਂਟਸ ਜਿਹੜੀਆਂ ਵਾ ਉਹ ਕੁਛ ਹੱਦ ਤੱਕ ਆਪਣੇ ਆਪ ਵੀ ਹੋਣੀ ਹੈ। ਬਾਕੀ ਜਿਹੜੀ ਮੇਰੀ ਵਿਜ਼ਨ ਹੈ ਉਹ ਵੀ ਮੈਂ ਉਸ ਚੀਜ਼ ਨੂੰ ਉਸ ਦੇ ਨਾਲ ਕੋਲੈਬੋਰੇਟ ਕਰਾ ਕੇ ਉਹਨੂੰ ਆਪਾਂ ਵਧੀਆ ਸ਼ਹਿਰ ਔਰ ਵਧੀਆ ਡਿਸਟ੍ਰਿਕਟ ਅਸੀਂ ਜਿਹੜਾ ਵਾ ਪੰਜਾਬ ਦਾ ਵਧੀਆ ਡਿਸਟ੍ਰਿਕਟ ਜਿਹੜਾ ਬਣਾਉਣ ਦਾ ਅਸੀਂ ਪ੍ਰੋਗਰਾਮ ਬਣਾਵਾਂਗੇ ਸਾਰਿਆਂ ਨਾਲ ਰਲ ਕੇ। ਜੀ। ਔਰ ਦੇਖਿਆ ਜਾਵੇ ਤਾਂ ਬਟਾਲਾ ਸ਼ਹਿਰ ਦੇ ਇਲਾਕਿਆਂ ਦੇ ਵਿੱਚ ਹਰ ਇੱਕ ਚੌਂਕ ਚੌਰਾਹੇ 'ਤੇ 13 ਨੁਕਾਤੀ ਪ੍ਰੋਗਰਾਮ ਵੱਲੋਂ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਲਿਖੇ ਗਏ ਆ, ਉਹਦੇ ਬਾਰੇ ਜਿਹੜੇ ਆ ਉਹ ਫਲੈਕਸ ਬੋਰਡ ਲੱਗੇ ਆ। ਉਹ 13 ਨੁਕਾਤੀ ਪ੍ਰੋਗਰਾਮ ਜਿਹੜੇ ਉਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਕਿ ਉਹ ਕਿਹੜੇ ਕਿਹੜੇ ਨੇ। 13 ਨੁਕਾਤੀ ਪ੍ਰੋਗਰਾਮ ਸਭ ਤੋਂ ਪਹਿਲਾਂ ਤਾਂ ਅਸੀਂ 400 ਯੂਨਿਟ ਬਿਜਲੀ ਜਿਹੜੀ ਅਸੀਂ ਫ੍ਰੀ ਜਿਹੜੀ ਦੇਣ ਦਾ ਸਾਰੇ ਜਿੰਨੇ ਰੈਜ਼ੀਡੈਂਸ਼ੀਅਲਸ ਨੇ ਜਿੰਨੇ ਘਰ ਨੇ ਸਾਰੇ ਘਰਾਂ ਨੂੰ 400 ਬਿਜਲੀ ਯੂਨਿਟ ਬੱਤੀ ਜਿਹੜੀ ਅਸੀਂ ਦੇਣ ਦਾ ਮਹੀਨੇ ਦੀ ਦੇਣ ਦਾ ਅਸੀਂ ਆਪਣਾ ਪ੍ਰੋਮਿਸ ਕਰ ਰਹੇ ਹਾਂ। ਔਰ ਅਸੀਂ ਇਹ ਨਹੀਂ ਕਰ ਰਹੇ ਕਿ ਕਿਸੇ ਪਰਟੀਕੂਲਰ ਸੈਗਮੈਂਟ ਨੂੰ ਦਈਏ, ਅਸੀਂ ਸਾਰੇ ਪੰਜਾਬੀ ਭਰਾਵਾਂ ਨੂੰ 400 ਯੂਨਿਟ ਬੱਤੀ ਜਿਹੜੀ ਫ੍ਰੀ ਦੇਣ ਲੱਗੇ ਹਾਂ ਪਰ ਮਹੀਨੇ। ਜੀ। ਦੂਸਰਾ, ਅਸੀਂ ਪ੍ਰੋਗਰਾਮ ਰੱਖਿਆ ਹੈ ਕਿ ਅਸੀਂ ਜਿਹੜੇ ਬਲੂ ਕਾਰਡ ਹੋਲਡਰ ਨੇ ਉਹਨਾਂ ਨੂੰ ਅਸੀਂ 2000 ਰੁਪਏ ਮਹੀਨਾ ਪੈਨਸ਼ਨ ਜਿਹੜੀ ਘਰ ਦੀ ਜਿਹੜੀ ਬਜ਼ੁਰਗ ਜਿਹੜੀ ਹੈੱਡ ਆਫ ਦੀ ਹਾਊਸ ਲੇਡੀ ਹੈ ਉਹਦੀ 2000 ਰੁਪਇਆ ਅਸੀਂ ਔਰ ਆਨਰੇਰੀਅਮ ਦੇ ਨਾਮ 'ਤੇ ਅਸੀਂ ਉਹਨਾਂ ਨੂੰ
2000 ਰੁਪਏ ਮਹੀਨਾ ਅਸੀਂ ਉਹਨਾਂ ਨੂੰ ਦੇਣ ਦਾ ਪ੍ਰੋਗਰਾਮ ਬਣਾਇਆ ਤਾਂ ਕਿ ਘਰ ਦੀਆਂ ਜ਼ਰੂਰਤਾਂ ਉੱਤੇ ਕਦੀ ਵੀ ਕਿਸੇ ਚੀਜ਼ ਦੀ ਘਾਟ ਨਾ ਆਵੇ। ਜੀ। ਤੀਸਰਾ ਅਸੀਂ ਪ੍ਰੋਗਰਾਮ ਉਹਨਾਂ ਨੂੰ ਰੱਖਿਆ ਹੈ ਕਿ ਅਸੀਂ ਜਿਹੜੀ SC ਸਕਾਲਰਸ਼ਿਪ ਹੈ ਜਿਹੜੀ ਇਹਨੂੰ ਪੂਰੇ ਜ਼ੋਰ ਨਾਲ ਅਸੀਂ ਇਹਨੂੰ ਇੰਪਲੀਮੈਂਟ ਕਰਾਂਗੇ। ਚੌਥਾ ਅਸੀਂ 10 ਲੱਖ ਰੁਪਏ ਦੀ ਇੰਸ਼ੋਰੈਂਸ ਜਿਹੜੀ ਹੈ ਅਸੀਂ ਆਲ ਪੰਜਾਬੀਜ਼ ਦੀ ਇਰਰਿਸਪੈਕਟਿਵ ਆਫ ਕਾਸਟ ਐਂਡ ਕ੍ਰੀਡ ਉਹ ਜ਼ਰੂਰ ਦੇਵਾਂਗੇ। ਹੈਲਥ ਇੰਸ਼ੋਰੈਂਸ ਫॉर ਆਲ ਪੰਜਾਬੀਜ਼ ਜਿਹੜੀ ਉਹ ਹੋ ਰਹੀ ਹੈ। ਪੰਜਵਾਂ ਅਸੀਂ ਪ੍ਰੋਗਰਾਮ ਰੱਖਿਆ ਸੀ ਕਿ ਜਿਹੜਾ ਆਪਣਾ 33% ਜਿਹੜੀ ਰਿਜ਼ਰਵੇਸ਼ਨ ਅਸੀਂ ਐਜੂਕੇਸ਼ਨ ਦੇ ਵਿੱਚ ਕਰਨ ਲੱਗੇ ਹਾਂ ਕਿ ਜਿਹੜੇ ਬੱਚੇ ਗਵਰਨਮੈਂਟ ਸਕੂਲ 'ਚੋਂ ਪੜ੍ਹ ਕੇ ਆਉਂਦੇ ਆ ਹਾਇਰ ਐਜੂਕੇਸ਼ਨ ਦੇ ਵਿੱਚ ਜਿੰਨੇ ਵੀ ਕਾਲਜਿਸ ਹੋਣਗੇ ਉਹਨਾਂ ਦੇ ਵਿੱਚ 33% ਰਿਜ਼ਰਵੇਸ਼ਨ ਫॉर ਗਵਰਨਮੈਂਟ ਐਜੂਕੇਟਿਡ ਸਕੂਲਸ ਦੇ ਵਿੱਚੋਂ ਜਿਹੜੀ ਹੈ ਉਹਨਾਂ ਨੂੰ ਰਿਜ਼ਰਵੇਸ਼ਨ ਮਿਲੇਗੀ। ਇਹ ਅਸੀਂ ਪ੍ਰਾਇਰਟੀ 'ਤੇ ਰੱਖ ਲੱਗੇ ਹਾਂ। 6ਵਾਂ ਪ੍ਰੋਗਰਾਮ ਜਿਹੜਾ ਸਾਡੇ ਪ੍ਰਧਾਨ ਜੀ ਨੇ ਅਨਾਉਂਸ ਕੀਤਾ ਹੈ ਉਹਦੇ ਵਿੱਚ ਉਹਨਾਂ ਨੇ 10 ਲੱਖ ਰੁਪਏ ਤੱਕ ਦਾ ਐਜੂਕੇਸ਼ਨ ਲੋਨ ਜਿਹੜਾ ਅਪਰੂਵ ਕੀਤਾ ਹੈ ਕਿ ਅਸੀਂ ਵਿਦਆਊਟ ਇੰਟਰਸਟ ਕੋਈ ਵੀ ਬੱਚਾ ਹਾਇਰ ਐਜੂਕੇਸ਼ਨ ਵਾਸਤੇ ਜਾਂ ਪ੍ਰੋਫੈਸ਼ਨਲ ਐਜੂਕੇਸ਼ਨ ਵਾਸਤੇ ਜਦੋਂ ਉਹ ਪੜ੍ਹਨਾ ਚਾਹੁੰਦਾ ਹੈ ਚਾਹੇ ਬਾਹਰ ਪੜ੍ਹਨ ਜਾਵੇ ਜਾਂ ਉਹ ਵਿਦਨ ਇੰਡੀਆ ਪੜ੍ਹੇ ਚੰਗੇ ਸਕੂਲ 'ਚ ਕਾਲਜ 'ਚ ਜਾਵੇ ਤੇ ਅਸੀਂ ਉਹਨੂੰ 10 ਲੱਖ ਰੁਪਏ ਤੱਕ ਇੰਟਰਸਟ ਫ੍ਰੀ ਲੋਨ ਜਿਹੜਾ ਦੇਵਾਂਗੇ ਜਿਹੜਾ ਕਿ ਉਸਨੇ ਬਿਨਾਂ ਵਿਆਜ ਦੇ ਜਦੋਂ ਨੌਕਰੀ ਲੱਗ ਜਾਂਦੀ ਹੈ ਤੇ ਓਵਰ ਨੈਕਸਟ ਫਿਊ ਈਅਰਸ ਉਹ ਵਾਪਸ ਕਰਨਾ ਜਿਹਦੀ ਗਾਰੰਟੀ ਜਿਹੜੀ ਹੈ ਸਟੇਟ ਗਵਰਨਮੈਂਟ ਦੇਗੀ। ਇਹ 6 ਪ੍ਰੋਗਰਾਮ ਮੈਂ ਤੁਹਾਨੂੰ ਹੁਣ ਤੱਕ ਦੱਸੇ ਨੇ। ਉਹਦੇ ਇਲਾਵਾ ਆਪਣਾ ਸਾਡੇ ਕੋਲ ਜਿਹੜਾ ਅਗਲਾ ਉਹਨਾਂ ਨੇ ਪ੍ਰੋਗਰਾਮ ਦਿੱਤਾ ਹੈ ਉਹਦੇ ਵਿੱਚ ਉਹਨਾਂ ਨੇ ਮੈਡੀਕਲ ਕਾਲਜ ਆਲ ਡਿਸਟ੍ਰਿਕਟਸ ਦੇ ਵਿੱਚ ਬਣਾਉਣ ਨੂੰ ਕਿਹਾ। ਮੈਂ ਪ੍ਰਧਾਨ ਜੀ ਨੂੰ ਇਹ ਰਿਕੁਐਸਟ ਕਰਨੀ ਚਾਹਾਂਗਾ ਕਿ ਬਟਾਲਾ ਜਿਹੜਾ ਵਾ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਕਿ ਇਹਨੂੰ ਡਿਸਟ੍ਰਿਕਟ ਬਣਾਵਾਂਗੇ। ਦੂਸਰਾ ਇਹ ਹੈ ਕਿ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸ਼ਹਿਰ ਹੈ ਉਹ ਬਟਾਲਾ ਬਣਦਾ ਤੇ ਸਾਡਾ ਰਾਈਟ ਬਣਦਾ ਜੇ ਮੈਡੀਕਲ ਕਾਲਜ ਜਦੋਂ ਬਣੇਗਾ ਤੇ ਅਸੀਂ ਬਟਾਲੇ 'ਚ ਬਣਵਾਵਾਂਗੇ। ਇਹ ਇਸ ਤਰ੍ਹਾਂ ਦੀਆਂ ਹੋਰ ਵੀ 5-6 ਹੋਰ ਇੱਕ 5 ਰੁਪਏ ਯੂਨਿਟ ਜਿਹੜਾ ਵਾ ਇੰਡਸਟਰੀ ਵਾਸਤੇ ਜਿਹੜਾ ਤੁਸੀਂ ਕਿਹਾ ਕਿ ਬਿਜਲੀ ਦਾ ਉਹ ਵੀ ਤੁਹਾਡੇ ਇੱਕ 13 ਪ੍ਰੋਗਰਾਮ ਦੇ ਵਿੱਚ ਇੱਕ ਪ੍ਰੋਗਰਾਮ ਹੈ ਉਹਦੇ ਬਾਰੇ ਥੋੜ੍ਹੀ ਜਾਣਕਾਰੀ ਦਿਓ। ਜਿਹੜੀ ਬਟਾਲਾ ਦੀ ਇੰਡਸਟਰੀ ਆ ਸਾਡੀ MSME ਯੂਨਿਟ ਜਿਹੜੇ ਨੇ ਪੰਜਾਬ ਦੇ ਚੱਲਦੇ ਪਏ ਨੇ ਇਹ ਪੰਜਾਬ ਸਰਕਾਰ ਨੇ ਸਾਡੀ ਅਕਾਲੀ ਸਰਕਾਰ ਨੇ ਹੀ ਅਨਾਉਂਸ ਕੀਤਾ ਸੀ 5 ਰੁਪਏ 32 ਯੂਨਿਟ ਦੇਵਾਂਗੇ ਅਸੀਂ। ਉਹਨਾਂ ਨੇ ਇਨਸੈਂਟਿਵ ਸ਼ੁਰੂ ਪਲਾਨ ਦੇ ਵਿੱਚ ਪਾ ਵੀ ਦਿੱਤਾ ਸੀ ਬਟ ਕਾਂਗਰਸ ਸਰਕਾਰ ਆਉਣ 'ਤੇ ਇਹਨਾਂ ਨੇ ਉਹ ਜਿਹੜੇ 5 ਰੁਪਏ ਯੂਨਿਟ 32 ਸੀ ਉਹਦੇ ਨਾਲ ਇੱਕ ਇਹਨਾਂ ਨੇ ਕੀ ਕੀਤਾ ਸਟੈਂਡਿੰਗ ਚਾਰਜਿਸ ਜਿਹੜੇ ਮਿਨੀਮਮ ਚਾਰਜਿਸ ਹੁੰਦੇ ਸੀ ਉਹਨਾਂ ਨੂੰ ਸਟੈਂਡਿੰਗ ਚਾਰਜਿਸ ਕਨਵਰਟ ਕਰ ਦਿੱਤਾ ਜਿਹਦੇ ਨਾਲ ਪਰ ਯੂਨਿਟ ਕਾਸਟ ਟੂ ਇੰਡਸਟਰੀ ਜਿਹੜੀ MSME ਹੈ ਉਹ 5 ਰੁਪਏ ਨਾ ਹੋ ਕੇ 10 ਰੁਪਏ ਯੂਨਿਟ ਬਣ ਗਈ ਹੈ। ਸਰਕਾਰ ਬੈਕਡੋਰ ਪਲੈਨਿੰਗ ਕਰਕੇ ਯੂਨਿਟ ਰੀਡਿੰਗ ਤੇ 5 ਰੁਪਏ ਲਾਉਂਦੀ ਤੇ ਨਾਲ ਫਿਕਸ ਚਾਰਜਿਸ ਜਿਹੜੇ ਆ ਉਹ ਨਾਲ ਲਾਣੇ ਸ਼ੁਰੂ ਕਰਤੇ ਜੀ ਜਿਹੜੇ ਪਹਿਲੇ ਕਦੀ ਵੀ ਨਹੀਂ ਸੀ ਲੱਗਦੇ। ਮਿਨੀਮਮ ਚਾਰਜਿਸ ਉਦੋਂ ਦਿੱਤੇ ਜਾਂਦੇ ਸੀ ਜਦੋਂ ਇੰਡਸਟਰੀ ਜਿਹੜੀ ਹੈ ਨਾ ਚੱਲੇ ਤੇ ਉਹ ਮਿਨੀਮਮ ਚਾਰਜਿਸ ਪੇ ਕਰਦੀ ਸੀ ਕਿ ਇੰਨੇ ਪੈਸੇ ਦੇਣੇ। ਇਹਨਾਂ ਨੇ ਮਿਨੀਮਮ ਚਾਰਜਿਸ ਇਨ ਦ ਨੇਮ ਆਫ ਸਟੈਂਡਿੰਗ ਚਾਰਜਿਸ ਪਲੱਸ ਯੂਨਿਟ ਚਾਰਜਿਸ ਇਕੱਠੇ ਕਰਨੇ ਲਾਣੇ ਸ਼ੁਰੂ ਕਰਤੇ ਜਿਹੜੀ ਕਿ ਇੰਡਸਟਰੀ ਦੀ ਕਾਸਟ ਜਿਹੜੀ ਹੈ 10 ਰੁਪਏ ਯੂਨਿਟ ਸਾਨੂੰ ਪੈਂਦੀ ਪਈ ਹੈ ਔਰ ਇਹ ਬਿਲਕੁਲ ਹੀ ਇੰਡਸਟਰੀ ਦਾ ਗਲਾ ਘੋਟ ਨੀਤੀ ਪੰਜਾਬ ਸਰਕਾਰ ਨੇ ਅਪਣਾਈ ਹੈ। ਉਹ ਕਾਂਗਰਸ ਸਰਕਾਰ ਨੇ ਇੰਡਸਟਰੀ ਨੂੰ ਨਾਸ ਕਰਨ ਦੇ ਵਿੱਚ ਕਿਸੇ ਗੱਲ ਦੀ ਵੀ ਕਸਰ ਨਹੀਂ ਛੱਡੀ ਹੈ ਔਰ ਆਪਣੀਆਂ ਗਲਤੀਆਂ ਨੂੰ ਐਡਮਿਟ ਕਰਦੇ ਹੋਏ ਜਿਹੜੀ ਅੱਗੇ 100% ਸਟੈਂਡਿੰਗ ਚਾਰਜ ਲਾਉਂਦੇ ਸੀ ਇਹ ਹੁਣ 2 ਮਹੀਨੇ ਪਹਿਲੇ ਇਹਨਾਂ ਨੇ ਉਹ ਜਿਹੜੇ ਸਟੈਂਡਿੰਗ ਚਾਰਜਿਸ 50% ਕਰ ਦਿੱਤੇ ਆ ਕਿਉਂਕਿ ਇੰਡਸਟਰੀ ਜਿਹੜੀ ਰੋ ਕੇ ਬੰਦ ਹੋਣੀ ਸ਼ੁਰੂ ਹੋ ਗਈ ਹੈ। ਬਿਲਕੁਲ ਬੰਦ ਦੇ ਕਗਾਰ 'ਤੇ ਪਹੁੰਚ ਚੁੱਕੀ ਹੈ ਇੰਡਸਟਰੀ। ਪੰਜਾਬ ਸਰਕਾਰ ਸੁੱਤੀ ਪਈ ਹੈ ਔਰ ਸਰਕਾਰ ਨੇ ਕਦੀ ਵੀ ਇੰਡਸਟਰੀ ਦੇ ਬਾਰੇ ਕੋਈ ਵੀ ਪ੍ਰੋ ਇੰਡਸਟਰੀ ਜਿਹੜੀ ਹੈ ਕੋਈ ਵੀ ਨੀਤੀ ਜਿਹੜੀ ਲਿਆ ਕੇ ਨਹੀਂ ਰੱਖੀ। ਇਹ ਕਹੀ ਜਾਂਦੇ ਨੇ ਅਸੀਂ ਇੰਡਸਟਰੀ ਲਾਉਣ ਦੇ ਵਿੱਚ ਈਜ਼ ਆਫ ਡੂਇੰਗ ਬਿਜ਼ਨਸ ਦੇ ਵਿੱਚ ਅਸੀਂ ਬੜੇ ਕੰਮ ਕੀਤੇ ਨੇ। ਇੰਡਸਟਰੀ ਲਾਉਣ ਵਾਸਤੇ ਇੰਡਸਟਰੀਅਲਿਸਟ ਜਿਹੜਾ ਵਾ ਅੱਜ ਸੋਚ ਹੀ ਨਹੀਂ ਸਕਦਾ ਜੀ ਇੰਨੀਆਂ ਉਹਦੀਆਂ ਕਲੀਅਰੈਂਸਿਸ ਦੀ ਜ਼ਰੂਰਤ ਹੈ। ਇਹ ਕਹੀ ਜਾਂਦੇ ਸਿੰਗਲ ਵਿੰਡੋ ਸਰਵਿਸ ਹੈ। ਕੋਈ ਸਿੰਗਲ ਵਿੰਡੋ ਸਰਵਿਸ ਨਹੀਂ ਹੈ। ਸਾਰੇ ਡਿਪਾਰਟਮੈਂਟਸ ਦੀ ਕਲੀਅਰੈਂਸ ਜਿਹੜੀ ਹੈ ਲੈਣੀ ਪੈਂਦੀ ਹੈ। ਹਰ ਡਿਪਾਰਟਮੈਂਟ ਜਿਹੜਾ ਵਾ ਆ ਕੇ ਹਰ ਚੀਜ਼ ਨੂੰ ਵੈਰੀਫਾਈ ਕਰਕੇ NOC ਦਿੰਦਾ। ਅੱਗੇ ਅਸੀਂ ਇੰਡਸਟਰੀ ਲਾ ਕੇ ਗ੍ਰੈਜੂਅਲੀ ਆਪਣੇ ਪ੍ਰੋਸੈਸ ਨੂੰ ਕੰਪਲੀਟ ਕਰਦੇ ਸੀ। ਹੁਣ ਪਹਿਲੇ ਅਸੀਂ ਪ੍ਰਾਇਰ ਟੂ ਸੈਟਿੰਗ ਅਪ ਦੀ ਇੰਡਸਟਰੀ ਸਾਰੀਆਂ ਕਲੀਅਰੈਂਸਿਸ ਜਿਹੜੀਆਂ ਕਿ ਮੇਰਾ ਖਿਆਲ ਘੱਟ ਤੋਂ ਘੱਟ 20 ਤੋਂ 25 ਡਿਪਾਰਟਮੈਂਟ ਨੇ ਜਿਹੜੇ ਸਾਨੂੰ NOC ਇਸ਼ੂ ਕਰਦੇ ਤੇ ਫਿਰ ਅਸੀਂ ਕੋਈ ਇੰਡਸਟਰੀ ਲਾ ਸਕਦੇ ਹਾਂ। ਈਵਨ ਗ੍ਰੀਨ ਫੀਲਡ ਇੰਡਸਟਰੀ ਜਿਹੜੀਆਂ ਔਰੇਂਜ ਕੈਟੇਗਰੀ ਦੀਆਂ ਇੰਡਸਟਰੀਆਂ ਉਹਨਾਂ ਦਾ ਵੀ ਲਾਉਣ ਵਾਸਤੇ ਜਿਹੜੀ ਹੈ ਗਵਰਨਮੈਂਟ ਨੇ ਜਿਹੜੀ ਈਜ਼ ਆਫ ਡੂਇੰਗ ਬਿਜ਼ਨਸ ਵਿੱਚ ਕੁਝ ਨਹੀਂ ਕੀਤਾ ਹੈ ਔਰ ਬਹੁਤ ਬੁਰਾ ਹਾਲ ਹੈ।
ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਤਾਂ ਬੱਚੇ ਹੋ, ਸਾਡੀ ਇੰਡਸਟਰੀ ਜਿਹੜੀ ਹੈ ਜਿਹੜੀ ਘੱਟ ਤੋਂ ਘੱਟ 4 ਤੋਂ 5000 ਯੂਨਿਟ 5000 ਯੂਨਿਟ ਦੇ ਕੋਲ ਸਾਡੇ ਇੱਥੇ ਇੰਡਸਟਰੀ ਕੰਮ ਕਰਦੀ ਸੀ। ਅੱਜ ਅਸੀਂ ਬਿਲੋ 500 ਰਹਿ ਗਏ ਜੀ। ਦੇਖਿਆ ਜਾਵੇ ਤਾਂ ਤੁਸੀਂ 16 ਸਾਲ ਦੀ ਉਮਰ ਤੋਂ ਇੰਡਸਟਰੀ ਵਿੱਚ ਤੁਸੀਂ ਆ ਗਏ ਇਸ ਲਾਈਨ ਦੇ ਵਿੱਚ, ਉਦੋਂ ਦੇ ਤੌਰ ਤਰੀਕੇ ਤੇ ਹੁਣ ਤੌਰ ਤਰੀਕੇ ਵਿੱਚ ਕੀ ਫਰਕ ਹੈ? ਅੱਜ ਗਵਰਨਮੈਂਟ ਦੇ ਘਰ ਦੇ ਵਿੱਚ ਇੰਡਸਟਰੀਜ਼ ਦੀ ਸੁਣਵਾਈ ਹੀ ਹੈ ਨਹੀਂ। ਸਾਡਾ ਬਟਾਲਾ ਜਿਹੜਾ ਵਾ ਰੋ ਕੇ ਥੱਕ ਗਿਆ। ਸਾਡੀ ਜਿਹੜੀ ਫਰੇਟ ਇਕੁਅਲਾਈਜੇਸ਼ਨ ਪਾਲਿਸੀ ਗਵਰਨਮੈਂਟ ਆਫ ਇੰਡੀਆ ਨੇ ਕਾਂਗਰਸ ਸਰਕਾਰ ਵੇਲੇ ਬੰਦ ਕੀਤੀ ਹੈ, ਜਿਹੜੀ ਪਾਲਿਸੀ ਅੱਜ ਵੀ ਗਵਰਨਮੈਂਟ ਆਫ ਇੰਡੀਆ ਦੀ ਪੈਟਰੋਲੀਅਮ ਪ੍ਰੋਡਕਟਸ ਵਾਸਤੇ ਹੈਗੀ ਹੈ, ਉਹ ਸਟੀਲ ਸੈਕਟਰ ਦੇ ਵਿੱਚ ਉਹਨਾਂ ਨੇ ਬੰਦ ਕਰ ਦਿੱਤੀ। ਇਹ ਜਿਹੜੀ ਪਾਲਿਸੀ ਇੱਕ ਚੀਜ਼ ਬੰਦ ਕਰਨ ਦੇ ਨਾਲ ਸਾਡੀ ਇੰਡਸਟਰੀ ਦੇ ਵਿੱਚ ਜਿਹੜੀ ਟਰਾਂਸਪੋਰਟੇਸ਼ਨ ਕਾਸਟ ਹੈ ਰॉ ਮਟੀਰੀਅਲ ਲਿਆਉਣ ਦੀ ਬਾਹਰੋਂ, ਚਾਹੇ ਅਸੀਂ ਸੀ ਸ਼ੋਰ ਤੋਂ ਲਿਆਈਏ ਇੰਪੋਰਟ ਕਰੀਏ, ਚਾਹੇ ਅਸੀਂ ਵੈਸਟ ਬੰਗਾਲ ਤੋਂ, ਬਿਕੋਜ਼ ਸਾਰਾ ਹੀ ਰॉ ਮਟੀਰੀਅਲ ਸਾਡੇ ਜਿਹੜੇ ਇੰਡਸਟਰੀ ਨਾਲ ਕਨੈਕਟਡ ਨੇ ਉਹ ਸਾਰੇ ਵੈਸਟ ਬੰਗਾਲ ਤੋਂ ਜਾਂ ਉੜੀਸਾ ਤੋਂ ਜਾਂ ਆਂਧਰਾ ਉਧਰਲੇ ਏਰੀਏ ਤੋਂ ਆਉਂਦੇ ਨੇ। ਇਹ ਜਿਹੜੀ ਟਰਾਂਸਪੋਰਟੇਸ਼ਨ ਕਾਸਟ ਸਾਨੂੰ ਐਕਸਟਰਾ ਪੈਂਦੀ ਪਈ ਹੈ, ਔਰ ਮੁੜ ਕੇ ਅਸੀਂ ਬਣਾ ਕੇ ਚਾਹੇ ਐਕਸਪੋਰਟ ਕਰੀਏ, ਚਾਹੇ ਹਿੰਦੁਸਤਾਨ ਦੇ ਦੂਜੇ ਕਿਸੇ ਕੋਨੇ 'ਚ ਪਾਈਏ, ਸਾਨੂੰ ਡਬਲ ਟਰਾਂਸਪੋਰਟੇਸ਼ਨ ਕਾਸਟ ਪੈਂਦੀ ਪਈ ਹੈ, ਜਿਹਦੇ ਕਰਕੇ ਅਸੀਂ ਬਾਕੀ ਜਿਹੜੀ ਹਿੰਦੁਸਤਾਨ 'ਚ ਇੰਡਸਟਰੀ ਜਿਹੜੀ ਸੇਮ ਪ੍ਰੋਡਕਟ ਬਣਾ ਰਹੀ ਉਹਦੇ ਨਾਲ ਕੰਪੀਟ ਨਹੀਂ ਕਰ ਪਾ ਰਹੇ, ਔਰ ਸਾਨੂੰ ਜਿਹੜੀ ਹੈ ਸਾਡੇ ਪ੍ਰੋਫਿਟ ਔਰ ਮਾਰਜਨ ਜਿਹੜੇ ਹੈ ਜ਼ੀਰੋ ਹੋ ਕੇ ਰਹਿ ਗਏ। ਔਰ ਦੈਟ ਇਜ਼ ਦ ਮੇਨ ਰੀਜ਼ਨ ਕਿ ਅਸੀਂ ਜਿਹੜੀ ਸਾਡੇ ਬਟਾਲੇ ਦੀ ਇੰਡਸਟਰੀ ਜਿਹੜੀ ਹੈ ਇਸ ਵੇਲੇ ਬੰਦ ਦੇ ਕਗਾਰ 'ਤੇ ਖੜੀ ਹੈ। ਸੋ ਮਚ ਸੋ ਜਿਹੜੀਆਂ ਮਸ਼ੀਨਾਂ ਅਸੀਂ ਇੱਥੋਂ ਬਣਾ ਕੇ ਭੇਜਦੇ ਸੀ ਬਾਹਰ, ਉਹਦੇ ਨਾਲ ਦੀਆਂ ਮਸ਼ੀਨਾਂ ਬਾਹਰੋਂ ਬਣ ਕੇ ਇੱਥੇ ਸਾਡੇ ਨਾਲੋਂ ਸਸਤੀਆਂ ਵਿਕਣੀਆਂ ਸ਼ੁਰੂ ਹੋ ਗਈਆਂ। ਇਹ ਬੜੀ ਬਦਕਿਸਮਤੀ ਹੈ ਪੰਜਾਬ ਦੀ ਸਰਕਾਰ ਦੀ। ਕੰਪੀਟੀਸ਼ਨ ਹੋ ਗਿਆ। ਕੰਪੀਟੀਸ਼ਨ ਨਹੀਂ ਬੇਟਾ, ਅਸੀਂ ਉਹ ਸਾਡੇ ਨਾਲੋਂ ਸਸਤੀਆਂ ਔਰ ਵਧੀਆ ਮਸ਼ੀਨਾਂ ਬਣਾ ਕੇ ਇੱਥੇ ਵੇਚਦੇ ਪਏ। ਸਾਡੀ ਮਸ਼ੀਨ ਕਿਸ ਤਰ੍ਹਾਂ ਵਿਕੇਗੀ? ਅਗਰ ਕੋਈ ਬਾਹਰ ਮਸ਼ੀਨ ਮੇਰੇ ਨਾਲੋਂ ਸਸਤੀ ਬਣ ਕੇ ਵਿਕਦੀ ਪਈ ਹੈ, ਰਾਦਰ ਉਹ ਵੀ ਤਾਂ ਟਰਾਂਸਪੋਰਟੇਸ਼ਨ ਦੇ ਕੇ ਮੈਨੂੰ ਇੱਥੇ ਲਿਆ ਕੇ ਮੈਂ ਵੇਚਦਾ ਪਿਆ ਨਾ, ਜਿਹੜਾ ਵੀ ਬਾਹਰ ਕੋਈ ਪ੍ਰੋਡਕਟ ਵੇਚਦਾ ਪਿਆ। ਸਾਡਾ ਪ੍ਰੋਡਕਟ ਇੱਥੇ ਬਣਾ ਕੇ ਲੋਕਲ ਵੀ ਮਹਿੰਗਾ ਵਾ, ਬਾਹਰੋਂ ਆ ਕੇ ਸਸਤਾ ਵਾ। ਇਹਦੇ ਪਿੱਛੇ ਗਵਰਨਮੈਂਟ ਦਾ ਕੰਮ ਹੁੰਦਾ ਕਿ ਆਪਣੀ ਜਿਹੜੀ ਇੰਡਸਟਰੀ ਹੈ ਇਲਾਕੇ ਦੀ ਉਹਨੂੰ ਪ੍ਰੋਟੈਕਸ਼ਨ ਦੇਵੇ, ਉਹਦੇ ਵਾਸਤੇ ਕੋਈ ਪਲੈਨਿੰਗ ਕਰੇ, ਉਹਨੂੰ ਇੰਨੀ ਸਟਰੈਂਥ ਦੇਵੇ ਉਸ ਇੰਡਸਟਰੀ ਨੂੰ ਕਿ ਉਹ ਆਪਣੇ ਪ੍ਰੋਡਕਟ ਬਣਾ ਕੇ ਬਾਹਰ ਵੇਚ ਸਕੇ। ਸਾਡਾ ਰਾਈਟ ਜਿਹੜਾ ਅਗਰ ਗਵਰਨਮੈਂਟ ਆਫ ਇੰਡੀਆ 'ਚ ਕੋਈ ਆਉਣ ਵਾਲਾ, ਉਹ ਸਰਕਾਰਾਂ ਦੇ ਕੰਮ ਨੇ ਕਿ ਗਵਰਨਮੈਂਟ ਆਫ ਇੰਡੀਆ ਸਾਡਾ ਰਾਈਟ ਲਿਆ ਕੇ ਦੇਣ। ਕੋਈ ਸਾਨੂੰ ਟੈਕਸ ਦਾ ਇਨਸੈਂਟਿਵ ਨਹੀਂ। ਦੂਜਾ, ਸਾਨੂੰ ਇਹਨਾਂ ਨੇ ਇੰਡਸਟਰੀ ਨੂੰ ਮਾਰਿਆ ਔਨ ਅਕਾਊਂਟ ਆਫ ਜਿੰਨੀ ਸਾਡੇ ਅਗਲ ਬਗਲ ਇੰਡਸਟਰੀ ਆ ਗਈ ਹਿਮਾਚਲ 'ਚ, JNK 'ਚ ਜਾਂ ਉੱਤਰਾਖੰਡ 'ਚ, ਉੱਥੇ ਸੈਂਟਰਲ ਗਵਰਨਮੈਂਟ ਨੇ ਟੈਕਸ ਐਗਜ਼ੰਪਸ਼ਨਸ ਇੰਨੀਆਂ ਦੇ ਦਿੱਤੀਆਂ ਕਿ ਸਾਰੀ ਇੰਡਸਟਰੀ ਜਿਹੜੀ ਨਵੀਂ ਆਉਣੀ ਸੀ ਸਾਰੀ ਉੱਧਰ ਚਲ ਗਈ। ਰਾਦਰ ਸਾਡੇ ਇੱਥੇ ਇਲਾਕੇ ਦੀ ਇੰਡਸਟਰੀ ਵੀ ਬੰਦ ਹੋ ਕੇ ਉੱਥੇ ਚਲੀ ਗਈ ਜੀ। ਅਤੇ ਸਾਡਾ ਜਿਹੜਾ ਵਸਦਾ ਬਟਾਲਾ ਸੀ, ਇਹਨੂੰ ਉਜਾੜਨ ਦੇ ਵਿੱਚ ਪੰਜਾਬ ਸਰਕਾਰ ਦਾ ਅਤੇ ਸੈਂਟਰਲ ਗਵਰਨਮੈਂਟ ਦਾ ਪੂਰਾ ਰੋਲ ਹੈ। ਔਰ ਮੈਨੂੰ ਜਦੋਂ ਜੇ ਕੋਈ ਮੌਕਾ ਮਿਲਦਾ ਹੈ, ਮੇਰੇ ਇਲਾਕੇ ਦੇ ਲੋਕ ਮੈਨੂੰ ਆਪਣੀ ਨੁਮਾਇੰਦਗੀ ਜ਼ਿੰਮੇਵਾਰੀ ਦਿੰਦੇ, ਮੇਰੀ ਪਾਰਟੀ ਮੈਨੂੰ ਇਸ ਕਾਬਲ ਸਮਝਦੀ ਹੈ ਕਿ ਮੈਂ ਇਸ ਇਲਾਕੇ ਨੂੰ ਰਿਪਰੈਜ਼ੈਂਟ ਕਰਾਂ, ਮੈਂ ਦਿਲੋਂ ਜਾਨ ਨਾਲ ਇਸ ਹੱਕ ਹਕੂਕ ਮੇਰੇ ਬਟਾਲੇ ਦੇ ਲੜ ਕੇ ਲਿਆ ਕੇ ਦੇਵਾਂਗਾ। ਮੈਂ ਆਪਣੀ ਸਰਕਾਰ ਕੋਲੋਂ ਵੀ ਲਵਾਂਗਾ ਔਰ ਸੈਂਟਰਲ ਗਵਰਨਮੈਂਟ ਕੋਲੋਂ ਵੀ ਇਸ ਗੱਲ ਨੂੰ ਇਨਸ਼ੋਰ ਕਰਾਂਗਾ ਕਿ ਸਾਡੀ ਜਿਹੜੀ ਲੋਕੇਸ਼ਨਲ ਡਿਸਐਡਵਾਂਟੇਜ ਹੈ, ਉਹ ਡਿਸਐਡਵਾਂਟੇਜ ਨਾ ਰਹਿ ਕੇ ਸਾਡੀ ਜਿਹੜੀ ਇੱਥੇ ਜਿਹੜੀ ਮੈਨੂਫੈਕਚਰਿੰਗ ਹੱਬ ਦੀ ਜਿਹੜੀ ਇੱਥੇ ਸਾਡੀ ਲੋਕਲ ਮਿੱਟੀ ਹੈ, ਜਿਹਦੇ ਕਰਕੇ ਸਾਡੀ ਕਾਸਟਿੰਗ ਜਿਹੜੀ ਹੈ ਸਾਨੂੰ ਸਸਤੀ ਪੈ ਸਕਦੀ ਹੈ, ਉਹਦਾ ਬੈਨੀਫਿਟ ਜਿਹੜਾ ਆਲ ਓਵਰ ਇੰਡੀਆ ਨੂੰ ਜਾਵੇ। ਔਰ ਅਸੀਂ ਜਿਹੜੇ ਆ ਸਾਰੇ ਇਸ ਬਟਾਲੇ ਨੂੰ ਹੱਸਦਾ ਵਸਦਾ ਦੇਖ ਸਕੀਏ। ਜਿਹੜਾ ਬਟਾਲਾ ਇੰਡਸਟਰੀਅਲ ਟਾਊਨ ਕਦੀ ਖਵਾਇਆ ਜਾਂਦਾ ਸੀ, ਅੱਜ ਉਸ ਦੀ ਜਿਹੜੀ ਅਸੀਂ ਬੈਕਵਰਡ ਏਰੀਆ ਦੇ ਵਿੱਚ ਹੋਣ ਕਰਕੇ, ਬਾਰਡਰ ਏਰੀਆ 'ਚ ਹੋਣ ਕਰਕੇ, ਇਹ ਜਿੰਨੀਆਂ ਪਾਲਿਸੀਜ਼ ਗਲਤ ਬਣਾਈਆਂ ਸਰਕਾਰਾਂ ਨੇ, ਉਹਦੇ ਕਰਕੇ ਜਿਹੜਾ ਅਸੀਂ ਬਿਲਕੁਲ ਡਿਮਿਨਿਸ਼ਿੰਗ ਲੈਵਲ 'ਤੇ ਚਲੇ ਗਏ। ਇਸ ਨੂੰ ਇਰੋਜਨ ਜਿਹੜੀ ਹੈ ਉਹਨੂੰ ਮੈਂ ਰੋਕਣਾ ਔਰ ਬਟਾਲੇ ਦੀ ਜਿਹੜੀ ਪੁਰਾਣੀ ਗਲੋਰੀ ਉਹਨੂੰ ਮੈਂ ਰਿਵਾਈਵ ਕਰਨਾ ਜੀ। ਇਸ ਸਮੇਂ ਸ਼੍ਰੀ ਇੰਦਰ ਸੇਖੜੀ ਜੀ ਇੱਕ ਉਭਰਦਾ ਹੋਇਆ ਚਿਹਰਾ, ਇੱਕ ਤਾਕਤਵਰ ਇਨਸਾਨ ਕਹਿ ਸਕਦੇ ਆ, ਜਿੰਨੇ ਕਿ ਆਪਣੀ ਕਮਿਟਮੈਂਟ ਦੇ ਉੱਤੇ ਖਰਾ ਉਤਰਦਾ ਵਾ, ਔਰ ਇੱਕ ਉਹਦਾ ਰੋਬ ਇਹੋ ਜਿਹਾ ਵਾ ਕਿ ਬਕਾਇਦਾ ਜਿਹੜਾ ਝੂਠੇ ਲੋਕਾਂ ਦੇ ਕਹਿ ਸਕਦੇ ਕਿ ਅੱਜ ਜਿਹੜੇ ਆਪਣੇ ਆਪ ਦੇ ਵਿੱਚ ਬਹੁਤ ਵਧੀਆ ਕਦਾਵਰ ਨੇਤਾ ਵੇ, ਉਹ ਵੀ ਉਹਨਾਂ ਸਾਹਮਣੇ ਜਿਹੜੇ ਛੋਟੇ ਪੈ ਜਾਂਦੇ ਆ। ਸੋ ਉਹਨਾਂ ਦੀ ਇੱਕ ਦਹਾੜ ਹੀ ਇੱਕ ਇਹੋ ਜਿਹੀ ਜ਼ਬਰਦਸਤ ਆ, ਔਰ ਉਹ ਜਦੋਂ MLA ਬਣਦੇ ਆ ਤੇ ਬਟਾਲੇ ਸ਼ਹਿਰ ਦੇ ਲੋਕਾਂ ਨੂੰ ਕੀ ਜਿਹੜੀਆਂ ਸਹੂਲਤਾਂ ਦੇਣਗੇ? ਗਿਵਨ ਐਨ ਓਪਰਚੁਨਿਟੀ, ਪਹਿਲੀ ਤਾਂ ਮੈਂ ਇੰਡਸਟਰੀ ਬਟਾਲੇ ਦੀ ਜਿਹੜੀ ਰਿਵਾਈਵ ਕਰਵਾਉਣੀ ਹੈ ਹਰ ਹਾਲਤ ਦੇ ਵਿੱਚ। ਜਿਹੜੇ ਸਾਨੂੰ ਡਿਸਕ੍ਰਿਪੈਂਸੀਜ਼ ਨਜ਼ਰ ਆਉਂਦੀਆਂ, ਅਸੀਂ ਆਪਣੀ ਪਾਲਿਸੀ ਜਿਹੜੀ ਸਾਡੀ ਪਾਰਟੀ ਨੇ ਅਨਾਊਂਸ ਕਰਨੀ, ਪ੍ਰਧਾਨ ਜੀ ਨੇ ਕਿਹਾ ਦਾ ਕਿ ਅਸੀਂ ਪੰਜਾਬ ਦੀ ਇੰਡਸਟਰੀ ਵਾਸਤੇ ਅਸੀਂ
ਇੱਕ ਇੰਡਸਟਰੀਅਲ ਪੋਲਿਸੀ ਆਪਣੇ ਲੈਵਲ ਤੇ ਆਪਣੇ ਮੈਨੀਫੈਸਟੋ 'ਚ ਲਿਜਾਵਾਂਗਾ। ਉੱਥੇ ਜਿਹੜੀਆਂ ਸਾਨੂੰ ਕਮੀਆਂ ਬਟਾਲੇ ਵਾਸਤੇ ਆ ਰਹੀਆਂ ਸਾਰੀਆਂ ਮੈਂ ਕਵਰ ਕਰਵਾਉਣ ਦੀ ਕੋਸ਼ਿਸ਼ ਕਰਾਂਗਾ। ਦੂਸਰਾ, ਮੇਰੀ ਬਟਾਲੇ ਦੀ ਇਨਫਰਾਸਟਰਕਚਰ ਦੀ ਜਿਹੜੀ ਇੱਕ ਵਿਜ਼ਨ ਹੈ, ਜਿਹਦੇ ਵਿੱਚ ਮੈਂ ਆਪਣੇ ਬਟਾਲੇ ਨੂੰ ਐਟ ਪਾਰ ਵਿਦ ਆਲ ਵਰਲਡ ਸਟੈਂਡਰਡਸ ਇੱਕ ਸਿਟੀ ਬਣਵਾਉਣਾ ਚਾਹੁੰਦਾ। ਮੈਂ ਇਹ ਨਹੀਂ ਕਰਨਾ ਚਾਹੁੰਦਾ ਕਿ ਅਸੀਂ ਸੜਕਾਂ ਪੁੱਟੀ ਜਾਈਏ ਅਤੇ ਸੜਕਾਂ ਬਣਾਈ ਜਾਈਏ, ਸੜਕਾਂ ਪੁੱਟੀ ਜਾਈਏ ਅਤੇ ਸੜਕਾਂ ਬਣਾਈ ਜਾਈਏ। ਅੱਜ ਤੇ ਪਿਛਲੇ ਦੌਰਾਨ ਹੋਇਆ ਵੀ ਇਦਾਂ ਹੀ ਆ। ਬਿਲਕੁਲ, ਸਾਡੇ ਬਟਾਲੇ ਸ਼ਹਿਰ 'ਚ 2007 ਤੋਂ ਲੈ ਕੇ ਅੱਜ ਤੱਕ ਜਿਹੜਾ ਸੀਵਰੇਜ ਦਾ ਜਾਂ ਹੁਣ ਨਵਾਂ ਇਹਨਾਂ ਨੇ 67 ਕਰੋੜ ਰੁਪਇਆ ਜਿਹੜਾ ਐਲੋਕੇਟ ਕੀਤਾ ਬੇਟਾ, ਉਹਦੇ ਵਿੱਚ ਸਾਨੂੰ ਸਾਡੇ ਸ਼ਹਿਰ ਦੇ ਵਿੱਚ 13-14 ਸਾਲਾਂ ਦੇ ਵਿੱਚ ਆਲਮੋਸਟ 700 ਕਰੋੜ ਰੁਪਇਆ ਬੇਟਾ ਹੈ। 700 ਕਰੋੜ ਰੁਪਏ ਨੂੰ ਅਗਰ 200 ਕਰੋੜ ਰੁਪਇਆ ਹੁੰਦਾ ਤਾਂ 500 ਕਰੋੜ ਪੁਰਾਣਾ। 500 ਕਰੋੜ ਪੁਰਾਣਾ ਜਿਹੜਾ ਅੱਜ ਤੋਂ 5 ਸਾਲ ਪੁਰਾਣਾ ਅਸੀਂ ਗਿਣ ਲਈਏ, 5 ਸਾਲ ਪੁਰਾਣੇ ਅਤੇ ਅੱਜ ਦੇ ਜਿਹੜੇ 500 ਕਰੋੜ ਰੁਪਇਆ ਜਿਹੜਾ ਹੈ ਉਹਦੀ ਵੈਲਿਊ ਟਰਮਸ ਦੇ ਵਿੱਚ 1000 ਕਰੋੜ ਰੁਪਇਆ ਬਣ ਜਾਂਦਾ, ਕਿਉਂਕਿ ਲੋਹਾ ਡਬਲ ਹੋ ਗਿਆ, ਸੀਮੈਂਟ ਡਬਲ ਹੋ ਗਿਆ, ਰੇਤਾ ਬਜਰੀ ਡਬਲ ਹੋ ਗਈ। ਤੁਸੀਂ ਸਮਝਦੇ ਹੋ ਮੇਰੀ ਗੱਲ ਕਿ ਇਹ ਜਿਹੜਾ ਪੈਸਾ ਉਹ 500 ਕਰੋੜ ਨਾ ਹੋ ਕੇ ਅੱਜ ਦੀ ਵੈਲਿਊ ਟਰਮਸ ਦੇ ਵਿੱਚ 1000 ਕਰੋੜ ਰੁਪਈਆ, 1000 ਕਰੋੜੋਂ ਅਤੇ 250 ਕਰੋੜ ਹੋਣੋਂ, ਇਹ 1250 ਕਰੋੜ ਦੇ ਵਿੱਚ ਅੱਜ ਵੀ ਅਸੀਂ ਬਿਨਾਂ ਸੀਵਰੇਜ ਦੇ ਹਾਂ, ਬਿਨਾਂ ਲਾਈਟਿੰਗ ਦੇ ਹਾਂ ਸ਼ਹਿਰ 'ਚ, ਬਿਨਾਂ ਅਸੀਂ ਇੱਥੇ ਪ੍ਰੋਪਰ ਸੜਕਾਂ ਦੇ ਹਾਂ। ਨਾ ਕੋਈ ਇੱਥੇ ਕੋਈ ਬੰਦਾ ਇਸ ਗੱਲ ਦਾ ਦਰਦ ਮਾਨ ਰਿਹਾ। ਇੱਕੋ ਕੰਮ ਕਰੀ ਜਾਂਦੇ ਹਾਂ ਅਸੀਂ। ਸੜਕ ਸੀਮੈਂਟ ਦੀ ਬਣੀ, ਪਹਿਲੇ ਸਾਡੀਆਂ ਸੜਕਾਂ ਇੱਟਾਂ ਦੀਆਂ ਸੀ, ਇੱਟਾਂ ਤੋਂ ਬਣ ਕੇ ਬਣੀਆਂ ਸੀਮੈਂਟ ਦੀਆਂ। ਅੱਜ ਕੀ ਕੀਤਾ ਅਸੀਂ, ਸੀਮੈਂਟ ਦੀਆਂ ਤੋੜ ਕੇ ਟਾਈਲਾਂ ਲਾਤੀਆਂ। ਇਹ ਕੋਈ ਡਿਵੈਲਪਮੈਂਟ ਨਹੀਂ ਹੁੰਦੀ। ਇਹ ਕੋਈ ਕਿਤੇ ਲੁੱਕ ਦੀ ਸੜਕ ਸੀ ਤੇ ਉਹਦੀ ਜਗ੍ਹਾ ਅੱਜ ਸੀਮੈਂਟ ਦਾ ਸਲੈਬ ਪਾ ਗਿਆ, ਇਹ ਡਿਵੈਲਪਮੈਂਟ ਨਹੀਂ ਹੈ। ਇਹ ਤੇ ਸਾਡੀਆਂ ਬੇਸਿਕ ਨੀਡਸ ਨੇ। ਜਿਹੜਾ ਸਾਡਾ ਪੈਸਾ ਬਾਰ-ਬਾਰ ਤੋੜਨ 'ਤੇ ਜਿਹੜਾ ਬਰਬਾਦ ਹੋ ਰਿਹਾ, ਉਹਦੇ ਨਾਲ ਨਵਾਂ ਇੱਕ ਇਨਫਰਾਸਟਰਕਚਰ ਬਣਨਾ ਚਾਹੀਦਾ ਸੀ। ਇੱਥੇ ਸਿਟੀ ਸੈਂਟਰ ਬਣਨਾ ਚਾਹੀਦਾ, ਇੱਥੇ ਐਂਟਰਟੇਨਮੈਂਟ ਪਾਰਕ ਬਣਨਾ ਚਾਹੀਦਾ। ਜੀ, ਹਜੀਰਾ ਪਾਰਕ ਦੀ ਬੜੀ ਮੰਗ ਪਹਿਲਾਂ ਵੀ ਚੁੱਕੀ ਸੀ ਉਹਨਾਂ ਨੇ। ਹਜੀਰਾ ਪਾਰਕ ਜਿਹੜਾ ਹੈ ਸਾਡਾ ਹਿਸਟੋਰਿਕ ਪਲੇਸ ਹੈ, ਉੱਥੇ ਇੱਕ ਲੌਨ ਬਣਿਆ, ਉਹ ਆਰਕੀਓਲੋਜੀਕਲ ਡਿਪਾਰਟਮੈਂਟ ਗਵਰਨਮੈਂਟ ਆਫ ਇੰਡੀਆ ਦਾ ਉਹਨਾਂ ਨੇ ਬਣਾ ਕੇ ਮੇਨਟੇਨ ਕੀਤਾ ਦਾ ਵਾ। ਉਹ ਵੀ ਜੋ ਅੱਜ ਤੋਂ 20 ਸਾਲ ਪਹਿਲੇ ਬਣਿਆ ਸੀ, ਅੱਜ ਵੀ ਉੱਥੇ ਦਾ ਉੱਥੇ ਹੀ ਹੈ। ਕੋਈ ਉਹਦੇ ਵਿੱਚ ਕੋਈ ਫਰਦਰ ਐਡੀਸ਼ਨ, ਕੋਈ ਉੱਥੇ ਲਾਈਟਿੰਗ ਦੀ ਪ੍ਰੋਵੀਜ਼ਨ, ਉਹਦੇ ਆਲੇ ਦੁਆਲੇ ਉਹਦਾ ਸੁੰਦਰੀਕਰਨ ਹੋਣਾ ਚਾਹੀਦਾ ਹੈ। ਉੱਥੇ ਲਾਈਟ ਐਂਡ ਸਾਊਂਡ ਬਣ ਸਕਦਾ ਹੈ। ਉੱਥੇ ਅਸੀਂ ਜਿਹੜਾ ਉਹਦੇ ਨਾਲ ਪੌਂਡ ਸੀ ਤੇ ਕਹੀ ਜਾਂਦੇ ਅਸੀਂ ਪਾਣੀ ਪਾਣਾ ਜੀ, ਪਾਣੀ ਪਾਣਾ ਤੇ ਬੋਟ ਕਲੱਬ ਬਣਾਉਣਾ। ਇਹ 20 ਸਾਲ ਥੋੜ੍ਹਾ ਲੱਗਦੇ ਇਹਨਾਂ ਚੀਜ਼ਾਂ ਕਰਨ ਨੂੰ। ਜੇ ਸਰਕਾਰ ਦੀਆਂ ਪਾਲਿਸੀਆਂ, ਗਵਰਨਮੈਂਟ ਆਫ ਇੰਡੀਆ ਪੈਸੇ ਦਿੰਦੀ ਹੈ, ਮਿਊਜ਼ੀਅਮ ਵੀ ਬਣਨਾ ਉੱਥੇ। ਇਹ ਸਭ ਗੱਲਾਂ ਜਿਹੜੀਆਂ ਸਿਰਫ ਕਾਗਜ਼ਾਂ 'ਚ ਨਜ਼ਰ ਆ ਰਹੀਆਂ। ਕੋਈ ਵੀ ਚੀਜ਼ ਜੇ ਤੁਸੀਂ, ਮੈਂ ਤੁਹਾਨੂੰ ਇਹ 20 ਸਾਲ ਦਾ ਇੱਕ ਸਪੈਨ ਦਾ ਇੱਕ ਕੰਮ ਦੱਸਿਆ, ਜਿੰਨੇ ਪੈਸੇ ਸਾਡੇ ਕੋਲ ਆਏ ਨੇ, ਇਹਨਾਂ ਪੈਸਿਆਂ ਨਾਲ ਅੱਜ ਤੱਕ ਤਾਂ ਇਹ ਸੜਕਾਂ ਨਹੀਂ ਬਣਾ ਸਕੇ। ਮੈਂ ਇੱਕ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੇਣੀ ਚਾਹੁੰਦਾ। ਇਹ 150 ਕਰੋੜ ਜਿਹੜਾ ਅੰਮ੍ਰਿਤ ਯੋਜਨਾ ਦਾ ਸਾਨੂੰ ਸੈਂਕਸ਼ਨ ਹੋਇਆ, ਇਹ 2016 ਦਾ ਕਹਿੰਦੇ ਸੈਂਕਸ਼ਨ ਹੋਇਆ ਜੀ। 2016 ਤੋਂ ਲੈ ਕੇ 5 ਸਾਲ ਸਰਕਾਰ ਟੈਂਡਰ ਹੀ ਨਹੀਂ ਕਰ ਪਈ। ਜਿਹੜਾ ਕੰਮ ਅੱਜ ਤੋਂ 5 ਸਾਲ ਪਹਿਲੇ ਹੋਣਾ ਚਾਹੀਦਾ ਸੀ, ਉਹ ਜਿਹੜਾ ਅੱਜ ਹੋ ਰਿਹਾ ਹੈ, ਇਹਦਾ ਮਤਲਬ ਜਿਹੜਾ ਹੁਣ ਇਹਦਾ ਨੈਕਸਟ ਸਟੈਪ ਬਣਨਾ ਹੈ ਸਾਡੇ ਸ਼ਹਿਰ ਦਾ, ਉਹ 5 ਸਾਲ ਡਿਲੇ ਹੋ ਗਿਆ ਜੀ। ਨੈਕਸਟ ਸਾਡਾ ਜਿਹੜਾ ਸਬਜੈਕਟ ਮੈਟਰ ਆ, ਉਹ ਕੋਈ ਬੰਦਾ ਟੇਕਅਪ ਹੀ ਨਹੀਂ ਕਰ ਪਾ ਰਿਹਾ, ਕਿਉਂਕਿ ਸਾਨੂੰ ਇਹਨਾਂ ਨੇ ਰਾਖੀ, ਸਾਡੀ ਲੀਡਰਸ਼ਿਪ ਜਿਹੜੀ ਰਹੀ ਹੈ ਬਟਾਲੇ ਦੀ, ਉਹ ਸੜਕਾਂ, ਨਾਲੀਆਂ, ਬੱਤੀਆਂ, ਉਹ ਵੀ ਬਿਲਕੁਲ ਪ੍ਰੋਪਰ ਨਹੀਂ। ਤੁਸੀਂ ਦੇਖੋ ਸੀਵਰੇਜ ਪੈ ਰਿਹਾ, ਇਹਦੇ ਨਾਲ ਰੇਨ ਵਾਟਰ ਡਿਸਪੋਜ਼ਲ ਦਾ ਅੱਜ ਤੱਕ ਇੰਤਜ਼ਾਮ ਨਹੀਂ ਜੀ। ਦੂਸਰੀ ਗੱਲ, ਸੜਕਾਂ ਸੀਮੈਂਟ ਦੀਆਂ ਬਣਾਈ ਜਾਂਦੇ ਨੇ, ਇਹਦੇ ਨਾਲ ਕੱਲ੍ਹ ਨੂੰ ਸਾਡੇ ਗੈਸ ਪਾਈਪਲਾਈਨ ਜਾਣੀ ਹੈ, ਉਹਦਾ ਕੀ ਪ੍ਰੋਵੀਜ਼ਨ ਹੈ? ਕੱਲ੍ਹ ਨੂੰ ਸਾਡੀ ਇਲੈਕਟ੍ਰਿਸਿਟੀ ਜਿਹੜੀਆਂ ਕੇਬਲਾਂ ਪੈਣੀਆਂ, ਸਾਰੀ ਉਮਰ ਤੇ ਬਾਹਰ 11 ਕੇਬਲ ਦੀਆਂ ਤਾਰਾਂ ਨਜ਼ਰ ਨਹੀਂ ਆਉਣੀਆਂ। ਤੁਸੀਂ ਆਪਣੇ ਗਲੀਆਂ 'ਚ ਜਾਂਦੇ ਹੋ, ਬਾਹਰ ਨੰਗੀਆਂ ਤਾਰਾਂ ਤੁਹਾਨੂੰ ਨਜ਼ਰ ਆਉਂਦੀਆਂ। ਕਿਆ ਅਸੀਂ ਇਹ ਚੀਜ਼ ਨੂੰ ਸਾਰੀ ਜ਼ਿੰਦਗੀ ਇਸ ਤਰ੍ਹਾਂ ਹੀ ਦੇਖਣਾ ਜੀ? ਇਹਨਾਂ ਦੀ ਪ੍ਰੋਪਰ ਪਲੈਨਿੰਗ ਹੋਣੀ ਚਾਹੀਦੀ ਹੈ, ਕਿਹੜੀ ਟ੍ਰੈਂਚ ਕਿੱਥੇ ਬਣਨੀ ਹੈ। ਜਦੋਂ ਅੱਜ ਅਸੀਂ ਬਣਾ ਰਹੇ ਹਾਂ ਸੀਮੈਂਟ ਦੀਆਂ ਗਲੀਆਂ, ਨਾਲ ਇਹ ਸਾਰੀ ਪ੍ਰੋਵੀਜ਼ਨ ਹੋਣੀ ਚਾਹੀਦੀ ਹੈ। ਅੱਜ ਇੱਕ ਬੜੀ ਹੈਰਾਨੀਜਨਕ ਗੱਲ ਮੈਨੂੰ ਸੁਣਨ ਨੂੰ ਮਿਲਦੀ ਹੈ ਕਿ ਗਵਰਨਮੈਂਟ ਆਫ ਪੰਜਾਬ ਨੇ 50 ਕਰੋੜ ਰੁਪਇਆ ਪੁਰਾਣਾ ਸੀਵਰੇਜ ਅਤੇ ਪਾਣੀ ਨੂੰ ਠੀਕ ਕਰਨ ਦਾ ਅਲਾਟ ਕੀਤਾ, ਜਦ ਕਿ ਸਾਡਾ ਪੁਰਾਣਾ ਸਿਸਟਮ ਸਹੀ ਚੱਲਦਾ ਪਿਆ ਜੀ। ਜੇ ਸਹੀ ਨਾ ਚੱਲਦਾ ਹੁੰਦਾ ਤਾਂ ਅੰਮ੍ਰਿਤ ਯੋਜਨਾ ਦੇ ਵਿੱਚ ਉਹਨੂੰ ਕਿਉਂ ਨਾ ਉਸ ਵੇਲੇ ਟੇਕ ਕੇਅਰ ਕੀਤਾ ਗਿਆ? ਤੁਸੀਂ 150 ਕਰੋੜ ਦੇ ਵਿੱਚ 50 ਕਰੋੜ ਦਾ, ਤੇ ਇਹਦਾ ਮਤਲਬ ਜਿਹੜਾ ਹੁਣ ਬਿੱਲ ਪਾ ਕੇ ਪੈਸੇ ਜਿਹੜੇ ਪੂਰੇ ਕਰਨੇ ਆ ਸੀ। ਜਿਹੜਾ ਪੁਰਾਣਾ ਸੀਵਰੇਜ ਹੈ, ਜਿਹੜਾ ਪੁਰਾਣਾ ਪਾਣੀ ਦਾ ਸ਼ਹਿਰ 'ਚ ਸਿਸਟਮ ਚੱਲਦਾ ਪਿਆ, ਉਹ ਕਿਤੇ ਬੰਦ ਤਾਂ ਨਹੀਂ ਹੋ ਗਿਆ ਤਾਂ ਕਿਤੇ ਵੀ। ਤੇ 50 ਕਰੋੜ ਕਾਹਦਾ ਦੇ ਰਹੇ ਹੋ ਤੁਸੀਂ? ਕਿਸ ਚੀਜ਼ ਵਾਸਤੇ ਦੇ ਰਹੇ ਹੋ? ਇਹਨਾਂ ਨੇ ਇੱਕ ਬਹੁਤ ਹੀ ਹੈਰਾਨੀਜਨਕ ਜਿਹੜੇ ਤੱਥ ਸਾਹਮਣੇ ਲੈ ਕੇ ਆਏ ਕਿ 50 ਕਰੋੜ ਰੁਪਈਆ ਜਿਹੜਾ ਵਾ
ਉਹ ਬਕਾਇਦਾ ਆਉਂਦਾ ਵੀ ਆ ਔਰ ਬਕਾਇਦਾ ਉਹਦਾ ਕੰਮ ਵੀ ਜਿਹੜਾ ਉਹ ਕੋਈ ਖਾਸ ਨਹੀਂ ਹੁੰਦਾ। ਅਤੇ ਇਹ ਕਹਿੰਦੇ ਕਿ ਇੱਕ ਕੁੱਕੜੀ ਜਿਹੜੀ ਆ ਆਂਡੇ ਦੇਣ ਵਾਲੀ, ਸੋਨੇ ਦੇ ਆਂਡੇ ਦੇਣ ਵਾਲੀ ਕੁੱਕੜੀ, ਇਹ ਕੁੱਕੜੀ ਵੀ ਖਾ ਗਏ, ਆਂਡੇ ਵੀ ਖਾ ਗਏ, ਉਹਦਾ ਅੱਜ ਜਿਹੜਾ ਵਾ ਇੱਥੇ ਨਿਤਾਰਾ ਹੋ ਰਿਹਾ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ। ਇੰਦਰ ਸੇਖੜੀ ਜੀ ਆਪਣੀ ਜ਼ੁਬਾਨੀ ਕਰ ਰਹੇ ਆ ਕਿ ਸਾਡੇ ਬਟਾਲੇ ਸ਼ਹਿਰ ਦੇ ਲੋਕਾਂ ਦੇ ਨਾਲ ਕੀ ਹੋਇਆ, ਉਹ ਸਾਰੀ ਇਹਨਾਂ ਨੇ ਆਪਣੀ ਜ਼ੁਬਾਨੀ ਦੱਸਿਆ। ਸੋ ਹੁਣ ਅਸੀਂ ਉਹਨੇ ਕਾਨੂੰਨ ਵਿਵਸਥਾ ਵੱਲ, ਕਾਨੂੰਨ ਵਿਵਸਥਾ ਜਿਹੜੀ ਹੈ ਬਟਾਲੇ ਸ਼ਹਿਰ ਦੀ ਬੜੀ ਖਰਾਬ ਹੋ ਚੁੱਕੀ ਸਰ। ਤੁਸੀਂ ਦੇਖਿਆ ਹੋਣਾ ਕਿ ਬਕਾਇਦਾ ਰੋਬਰੀ, ਬਕਾਇਦਾ ਕਤਲ ਹੋ ਰਹੇ ਆ, ਗੋਲੀਆਂ ਚੱਲਦੀਆਂ ਪਈਆਂ ਨੇ। ਇਹਦੇ ਬਾਰੇ ਥੋੜ੍ਹੀ ਜੀ ਮੇਰੀ ਇਹਦੇ ਬਾਰੇ ਇੱਕ ਬੜੀ ਕਲੀਅਰ ਵਿਜ਼ਨ ਹੈ ਜੀ। ਇੱਕ ਤੇ ਬੱਚਿਆਂ ਦੀ ਇੰਪਲੋਇਮੈਂਟ ਹੋਣੀ ਬਹੁਤ ਜ਼ਰੂਰੀ ਹੈ, ਜਿਹਦੇ ਵਾਸਤੇ ਮੈਂ ਇੰਡਸਟਰੀਲਾਈਜੇਸ਼ਨ ਨੂੰ ਇਲਾਕੇ ਦੀ ਕਰਵਾਉਣੀ ਚਾਹੁੰਦਾ। ਪਲੱਸ ਜਿਹੜੀ ਨਵੀਂ ਇੰਡਸਟਰੀ ਹੈ ਜਿਹੜੀ ਆ ਰਹੀ ਹੈ ਸਾਡੇ ਬੱਚਿਆਂ ਦੀ ਐਜੂਕੇਸ਼ਨ ਬਾਈ ਵੇ ਆਫ IT ਇਨਫੋਰਮੇਸ਼ਨ ਟੈਕਨੋਲੋਜੀ ਦੀ, ਜਾਂ ਕੰਪਿਊਟਰ ਐਜੂਕੇਸ਼ਨ ਦੀ, ਜਿਹੜੇ ਬੱਚੇ ਸਾਡੇ ਪੜ੍ਹ ਕੇ ਆ ਰਹੇ ਨੇ, ਜਾਂ ਮੈਡੀਕਲ ਲਾਈਨਸ ਦੇ ਵਿੱਚ ਬੱਚੇ ਪੜ੍ਹ ਕੇ ਆ ਰਹੇ, ਉਹਨਾਂ ਵਾਸਤੇ ਮੇਰੇ ਦਿਮਾਗ 'ਚ ਵੱਖਰੀ ਇੱਕ ਵਿਜ਼ਨ ਹੈ ਕਿ ਮੈਂ ਇਹਨਾਂ ਸਾਰਿਆਂ ਨੂੰ ਇਨਫਰਾਸਟਰਕਚਰ ਗਵਰਨਮੈਂਟ ਵੱਲੋਂ ਬਣਵਾ ਕੇ ਦੇਵਾਂ। ਜਿਸ ਤਰ੍ਹਾਂ ਸਿਟੀ ਸੈਂਟਰ ਬਣਦਾ ਉਸ ਤਰ੍ਹਾਂ ਅਸੀਂ ਮੈਡੀਸਿਟੀ ਵਰਗਨ ਕੋਈ ਉਹਨਾਂ ਨੂੰ, ਬੱਚਿਆਂ ਨੂੰ, ਮੈਡੀਕਲ ਵਾਲਿਆਂ ਨੂੰ ਮੈਡੀਕਲ ਸੁਵਿਧਾਵਾਂ ਉਹਨਾਂ ਨੂੰ ਇੰਪਲੀਮੈਂਟ ਕਰਨ ਵਾਸਤੇ ਜਿਹੜਾ ਉਹਨਾਂ ਦਾ ਟੈਲੈਂਟ ਆ ਉਹਨਾਂ ਨੂੰ ਕੋਈ ਸਪੇਸ ਬਣਵਾ ਕੇ ਦਈਏ, ਚਾਹੇ ਬੇਸ ਆਫ ਰੈਂਟ 'ਤੇ ਦਈਏ, ਚਾਹੇ ਉਹਨਾਂ ਨੂੰ ਆਪਣਾ ਇੱਕ ਬੇਸ ਬਣਾਉਣ ਵਾਸਤੇ, ਆਪਣੀ ਪ੍ਰੈਕਟਿਸ ਸ਼ੁਰੂ ਕਰਨ ਵਾਸਤੇ ਦਈਏ। ਸੇਮ ਕੰਪਿਊਟਰਸ ਵਾਲੇ ਜਿਹੜੇ ਬੰਦੇ ਨੇ ਜਾਂ IT ਵਾਲੇ ਜਿਹੜੇ ਬੰਦੇ ਨੇ, ਇਹਨਾਂ ਸਾਰਿਆਂ ਨੂੰ ਬਹਿ ਕੇ ਕੋਈ ਦਫ਼ਤਰ 'ਚ ਬਿਠਾ ਕੇ ਕੰਮ ਕਰਨ ਦੀ ਜਗ੍ਹਾ 'ਤੇ ਦਈਏ ਜੀ। ਇੰਡਸਟਰੀ ਜਿਹੜੀ ਹੈ ਉਹਨੂੰ ਰਿਵਾਈਵ ਕਰੀਏ। ਇਹ ਸਾਰਾ ਇਨਫਰਾਸਟਰਕਚਰ ਜਿਹੜਾ ਵਾ ਸ਼ਹਿਰ ਨੂੰ ਦੇਵਾਂਗੇ ਤਾਂ ਸਾਡੇ ਬੱਚੇ ਇੱਥੇ ਜਿਹੜੇ ਕੰਮ ਕਰਨਗੇ। ਅਤੇ ਇਹ ਜਿਹੜੀਆਂ ਬਿਮਾਰੀ ਜਿਹੜੀ ਹੈ ਨਸ਼ੇ ਦੀ ਚੱਲਦੀ ਪਈ ਹੈ, ਔਰ ਜਿਹੜੀ ਨਸ਼ੇ ਦੀ ਬਿਮਾਰੀ ਚੱਲਦੀ ਪਈ ਹੈ ਉਹਨੂੰ ਪੈਟਰਨਾਈਜੇਸ਼ਨ ਪੋਲੀਟੀਕਲ ਹੈ ਜੀ। ਬੜਾ ਕਲੀਅਰ ਆ ਮੈਂ ਇਸ ਗੱਲ ਦੇ ਉੱਤੇ। ਪੋਲੀਟੀਕਲ ਵਿਲ ਹੋਏਗੀ ਤੇ ਨਸ਼ਾ ਇੱਥੇ ਨਹੀਂ ਵਿਕੇਗਾ। ਅੱਜ ਸਾਡੇ SSP ਸਾਹਿਬ ਬਟਾਲੇ ਦੇ ਬੜੇ ਚੰਗੇ ਬੰਦੇ ਨੇ, ਅਸ਼ਵਨੀ ਕਪੂਰ ਜੀ ਆਏ ਨੇ ਇੱਥੇ। ਉਹਨਾਂ ਨੇ ਆ ਕੇ ਆਪਣਾ ਏਜੰਡਾ ਦਿੱਤਾ ਕਿ ਮੈਂ ਬਟਾਲੇ ਸ਼ਹਿਰ 'ਚ ਨਸ਼ਾ ਬੰਦ ਕਰਨਾ ਜੀ। ਅਸੀਂ ਉਹਨਾਂ ਨੂੰ ਪੁਰਜ਼ੋਰ ਸਪੋਰਟ ਕਰਾਂਗੇ ਇਸ ਮਸਲੇ ਦੇ ਉੱਤੇ। ਔਰ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਹੈ ਰਿਗਾਰਡਿੰਗ ਚਿੱਟਾ ਵੇਚਣ ਬਾਰੇ, ਜੋ ਬਾਜ਼ਾਰ 'ਚ ਵਿਕਦਾ ਪਿਆ, ਜਿਹੜਾ ਅੱਜ ਸਾਰੀ ਓਪਨ ਗਲੀ ਦੇ ਵਿੱਚ, ਮਹੱਲੇ 'ਚ ਜਿਹੜਾ ਵਿਕਦਾ ਪਿਆ, ਚਾਹੇ ਸ਼ਰਾਬ ਵਿਕਦੀ ਪਈ, ਚਾਹੇ ਚਿੱਟਾ ਵਿਕਦਾ ਪਿਆ, ਇਹ ਜਿਹੜਾ ਅਸੀਂ ਇਲੀਗਲ ਕੰਮ ਹੋ ਰਿਹਾ, ਜਿਹੜਾ ਸਾਡੀ ਨਵੀਂ ਪੀੜ੍ਹੀ ਨੂੰ ਖਾ ਰਿਹਾ, ਇਹਨੂੰ ਬੰਦ ਕਰਨ ਦੇ ਵਿੱਚ ਅਸੀਂ ਪੂਰਾ ਜ਼ੋਰ ਲਾਵਾਂਗੇ। ਔਰ ਜਿੰਨਾ ਇਹ ਕ੍ਰਾਈਮ ਵੱਧ ਰਿਹਾ, ਇਹਦੇ ਪਿੱਛੇ ਜਦੋਂ ਇਨਸਾਨ ਦੇ ਵਿੱਚ ਜਦੋਂ ਭੁੱਖਮਰੀ ਹੁੰਦੀ ਹੈ ਤਦ ਵੀ ਬੰਦਾ ਮਾਰਦਾ, ਅਤੇ ਜਦੋਂ ਨਸ਼ਾ ਟੁੱਟਦਾ ਉਦੋਂ ਵੀ ਬੰਦਾ ਮਾਰਦਾ। ਤੁਸੀਂ ਹੁਣ ਸਾਡੇ ਉੱਥੇ ਬੇੜਿਆ ਮਹੱਲੇ ਜਿਹੜਾ ਮਰਡਰ ਹੋਇਆ ਭੈਣ ਜੀ ਦਾ, ਤੁਸੀਂ ਉਹ ਦੇਖਿਆ, ਉਹ ਜਿਨ੍ਹਾਂ ਬੱਚਿਆਂ ਨੇ ਕੀਤਾ ਉਹ ਨਸ਼ੇ ਦੇ ਆਦੀ ਨੇ, ਤੇ ਉਹਨਾਂ ਨੇ ਉਹ ਕੰਮ ਕੀਤਾ ਜੀ। ਔਰ ਅੱਜ ਵੀ ਇੱਕ ਆਪਣਾ ਹਜੀਰਾ ਪਾਰਕ ਦੇ ਲਾਗੇ ਇਹ ਕੰਮ ਹੋਇਆ। ਇਹ ਬੜਾ ਮੰਦਭਾਗਾ ਹੈ। ਇਹ ਜਿਹੜੀ ਯੂਥ ਸਾਡੀ ਜਿਹੜੀ ਹੈ ਨਸ਼ੇ 'ਤੇ ਚੜ੍ਹ ਗਈ ਹੈ, ਨਸ਼ੇ ਦੇ ਵਿੱਚ ਆ ਕੇ ਗਲਤ ਕੰਮ ਕਰ ਦਿੰਦੀ ਹੈ। ਯੂਥ ਦੀ ਆਪਣੀ ਇੱਕ ਆਪਣੀ એનર્ਜੀ ਹੁੰਦੀ ਹੈ, ਉਹਦੇ ਵਿੱਚ ਨਾਲ ਇਹ ਜਦੋਂ ਨਸ਼ਾ ਐਡ ਹੋ ਜਾਂਦਾ, ਬੰਦਾ ਆਪਣੇ ਤੋਂ ਬਾਹਰ ਹੋ ਜਾਂਦਾ, ਇਨਸਾਨੀਅਤ ਦੀ ਹੱਦ ਤੋਂ ਬਾਹਰ ਨਿਕਲ ਜਾਂਦਾ। ਇਸ ਚੀਜ਼ ਰੋਕਣਾ ਬਹੁਤ ਜ਼ਰੂਰੀ ਹੈ ਇਸ ਨੂੰ। ਔਰ ਮੈਂ ਇਸ ਗੱਲ ਨੂੰ ਆਪਣੇ ਬਟਾਲਾ ਵਾਸੀਆਂ ਨੂੰ ਬੇਨਤੀ ਕਰਾਂਗਾ, ਤੁਸੀਂ ਵੀ ਪੁਲਿਸ ਦਾ ਸਪੋਰਟ ਕਰੋ। ਅਸੀਂ ਵੀ ਇਸ ਮਸਲੇ ਦੇ ਪੁਲਿਸ ਨੂੰ ਦੱਸਾਂਗੇ, ਜਿਹੜੇ ਬੰਦੇ ਇਹ ਗਲਤ ਕੰਮ 'ਚ ਇਨਵੋਲਵ ਨੇ, ਵੱਡੇ ਤੋਂ ਲੈ ਕੇ ਛੋਟੇ ਤੱਕ, ਸਾਰਿਆਂ ਨੂੰ ਸਜ਼ਾ ਹੋਣੀ ਚਾਹੀਦੀ ਹੈ, ਉਹ ਸਾਰੇ ਫੜੇ ਜਾਣੇ ਚਾਹੀਦੇ ਜੀ। ਔਰ ਅਗਰ ਗੱਲ ਕਰੀਏ ਕਿ ਤੁਸੀਂ ਸਾਰੇ 13 ਨੂੰ 31 ਪ੍ਰੋਗਰਾਮ ਬਾਰੇ ਵੀ ਸਾਨੂੰ ਦੱਸ ਦਿੱਤਾ, ਹੁਣ ਗੱਲ ਹੁੰਦੀ ਹੈ ਕਿ ਤੁਹਾਡੇ ਪ੍ਰਚਾਰ ਬਾਰੇ। ਤੁਸੀਂ ਜਿਹੜਾ ਵਾ ਪ੍ਰਚਾਰ ਵੀ ਤੁਹਾਡਾ ਜਿਹੜਾ ਵਾ ਹੋਣਾ ਸ਼ੁਰੂ ਹੋ ਗਿਆ, ਔਰ ਤੁਹਾਨੂੰ ਜਿਹੜਾ ਵਾ ਸੁਖਬੀਰ ਬਾਦਲ ਸਾਹਿਬ ਨੇ ਹਾਈ ਲੈਵਲ ਕਮੇਟੀ ਦਾ ਮੈਂਬਰ ਵੀ ਮਨੋਨੀਤ ਕੀਤਾ। ਹਾਈ ਲੈਵਲ ਜਿਹੜੀ ਕਮੇਟੀ ਆ ਉਹਦੇ ਬਾਰੇ ਥੋੜ੍ਹੀ ਜਾਣਕਾਰੀ ਦਿਓ, ਕਿਉਂਕਿ ਸਾਡੇ ਕੁਝ ਪੰਜਾਬੀ ਵੀਰ ਆ ਜਿਨ੍ਹਾਂ ਨੂੰ ਪਤਾ ਨਹੀਂ ਹੈਗਾ ਹਾਈ ਲੈਵਲ ਕਮੇਟੀ ਹੁੰਦੀ ਕੀ ਆ। ਮੈਨੂੰ ਪ੍ਰਧਾਨ ਜੀ ਨੇ ਜਦੋਂ ਜੁਆਇਨ ਕਰਾਇਆ ਸੀ ਤੇ ਸਭ ਤੋਂ ਪਹਿਲਾਂ ਮੈਨੂੰ ਵਾਈਸ ਪ੍ਰੈਜ਼ੀਡੈਂਟ ਬਣਾਇਆ ਸੀ ਪਾਰਟੀ ਦਾ ਜੀ। ਜਦੋਂ ਉਹਨਾਂ ਦੀ ਪਹਿਲੀ ਟਰਮ ਸੀ, ਜਿਹੜੀ ਪਿਛਲੀ ਟਰਮ ਸੀ ਐਜ਼ ਪ੍ਰੈਜ਼ੀਡੈਂਟ। ਹੁਣ ਜਦੋਂ ਨੈਕਸਟ ਉਹਨਾਂ ਦੀ ਇਲੈਕਸ਼ਨ ਹੋਈ ਹੈ, ਇਲੈਕਸ਼ਨ ਦੇ ਬਾਅਦ ਉਹਨਾਂ ਨੇ ਮੈਨੂੰ ਮੈਂਬਰ PAC ਪੋਲੀਟੀਕਲ ਅਫੇਅਰ ਕਮੇਟੀ, ਜਿਹੜਾ ਪਾਰਟੀ ਦੀ ਜਿਹੜੀ ਮੇਨ ਬੋਡੀ ਹੁੰਦੀ ਹੈ, ਉਹ 'ਚ ਪਾਇਆ ਉਹਨਾਂ ਨੇ। ਨਾਲ ਉਹਨਾਂ ਨੇ ਇੱਕ ਹਾਈ ਲੈਵਲ ਕਮੇਟੀ ਔਨ ਅਰਬਨ ਏਰੀਆਜ਼ ਦੇ ਉੱਤੇ ਬਣਾਈ ਹੈ ਜੀ। ਇਹ ਸ਼ਹਿਰਾਂ ਵਾਸਤੇ ਹੀ ਹੈ। ਇਹ ਜਿੰਨੇ ਸ਼ਹਿਰਾਂ ਦੀਆਂ ਜ਼ਰੂਰਤਾਂ ਨੇ, ਸ਼ਹਿਰਾਂ ਦੀਆਂ ਪ੍ਰੋਬਲਮਸ ਨੇ, ਸ਼ਹਿਰਾਂ ਦੇ ਇਸ਼ੂਜ਼ ਨੇ, ਸ਼ਹਿਰਾਂ ਦੇ ਵਿੱਚ ਜਿਹੜੇ ਸਾਡੇ ਪਾਰਟੀ ਦੇ ਪ੍ਰੋਗਰਾਮਸ ਨੇ, ਉਹਨਾਂ ਨੂੰ ਉਹਦੇ ਵਿੱਚ ਲਿਜਾ ਕੇ ਦੱਸਣ ਦਾ ਜਿਹੜਾ ਉਹਨਾਂ ਨੇ ਏਜੰਡਾ ਇਸ ਕਮੇਟੀ ਦੇ ਮੈਂਬਰਾਂ ਦੇ ਥਰੂ ਰੱਖਿਆ। ਸਾਡੇ ਉਹ 25 ਮੈਂਬਰ ਕਮੇਟੀ ਹੈ, ਉਸ 'ਚ ਮੈਂ ਵੀ ਇੱਕ ਮੈਂਬਰ ਹਾਂ। ਉਹ ਸਾਰੇ ਸੀਨੀਅਰ ਪੰਜਾਬ ਦੇ ਆਗੂ ਜਿਹੜੇ ਸ਼ਹਿਰਾਂ ਤੋਂ ਆਉਂਦੇ ਨੇ, ਉਸ 'ਚ ਉਹ ਸਾਰੇ ਅਸੀਂ ਆਪਣੇ ਉੱਥੇ ਵਿਊਜ਼ ਰੱਖਦੇ ਹਾਂ। ਜਿਹੜੇ ਪ੍ਰਧਾਨ ਜੀ ਸਾਡੀ ਮੀਟਿੰਗ ਨੂੰ ਚੇਅਰ ਕਰਦੇ ਨੇ, ਔਰ ਸਾਡੇ ਵਿਊਜ਼ ਲੈ ਕੇ ਉਹਦੇ 'ਤੇ ਸੀਰੀਅਸਲੀ ਐਕਸ਼ਨ ਹੁੰਦਾ। ਰਾਦਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ,
ਜਦੋਂ BSP ਦਾ ਅਲਾਇੰਸ ਹੋਣਾ ਸੀ ਉਸ ਤੋਂ ਪਹਿਲੇ ਉਹਨਾਂ ਨੇ ਸਾਨੂੰ ਮੀਟਿੰਗ ਬੁਲਾ ਕੇ ਪੁੱਛਿਆ ਕਿ ਸਾਨੂੰ ਇਹ ਅਲਾਇੰਸ ਕਰਨਾ ਚਾਹੀਦਾ ਕਿ ਨਹੀਂ ਚਾਹੀਦਾ। ਪ੍ਰਧਾਨ ਜੀ ਬਿਲਕੁਲ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਕੰਮ ਕਰਦੇ ਨੇ, ਸਾਰਿਆਂ ਦੇ ਓਪੀਨੀਅਨਸ ਲੈਂਦੇ ਨੇ, ਫਿਰ ਉਹਦੇ ਉੱਤੇ ਅੱਗੇ ਕਾਰਵਾਈ ਕਰਦੇ ਨੇ। ਔਰ ਪ੍ਰੋਬਬਲੀ ਮੈਂ ਪਹਿਲਾ ਬੰਦਾ ਸੀ ਉਸ ਕਮੇਟੀ ਜਿਹਨੇ ਇਸ ਗੱਲ ਨੂੰ ਇੰਡੋਰਸ ਕੀਤਾ ਕਿ ਸਾਨੂੰ BSP ਨਾਲ ਅਲਾਇੰਸ ਕਰਨੀ ਚਾਹੀਦੀ ਹੈ ਜੀ। ਉਹ ਸਾਨੂੰ ਸਾਰੇ ਭਾਈਚਾਰੇ, ਪੰਜਾਬ ਦੇ ਪੇਂਡੂ ਭਾਈਚਾਰਾ, ਸ਼ਹਿਰੀ ਭਾਈਚਾਰਾ, ਜਿਹੜੇ SC ਕੈਟੇਗਰੀ ਦੇ ਸਾਡੇ ਭਾਈਚਾਰੇ ਨੇ, ਇਹ ਸਾਰਿਆਂ ਨੂੰ ਇਕੱਠਿਆਂ ਕਰਕੇ ਹੀ ਸਾਨੂੰ ਜਿਹੜੀ ਇਹ ਸਰਕਾਰ ਬਣਾਉਣੀ ਚਾਹੀਦੀ। ਉਹਦੇ ਤਹਿਤ ਹੀ ਪ੍ਰਧਾਨ ਜੀ ਨੇ ਸਾਰੇ ਏਜੰਡੇ ਬਣਾਏ ਨੇ। ਤਾਂ ਸਾਡੇ ਡਿਪਟੀ CM ਵੀ ਉਹਨਾਂ ਨੇ ਕਿਹਾ ਮੈਂ 2 ਨਾਲ ਲਾਊਂਗਾ, ਔਰ ਪ੍ਰੋਪਰ ਨੁਮਾਇੰਦਗੀ ਉਹ ਦੇ ਰਹੇ ਨੇ। ਬਿਕੋਜ਼ ਸਾਡੀ ਪਹਿਲੇ ਅਕਾਲੀ ਦਲ ਦੀ ਅਲਾਇੰਸ ਸੀ BJP ਨਾਲ ਅਲਾਇੰਸ ਟੁੱਟਣ ਦੇ ਬਾਅਦ ਜਿਹੜੀ ਪਾਰਟੀ ਸਾਡੀ ਜਿਹੜੀ ਸੀ ਪਹਿਲੋਂ ਜ਼ਿਆਦਾ ਪੇਂਡੂ ਪਾਰਟੀ ਮੰਨੀ ਜਾਂਦੀ ਸੀ ਜੀ। ਹੁਣ ਜਦੋਂ ਇੱਕ ਸਾਡੀ ਅਲਾਇੰਸ ਟੁੱਟ ਗਈ ਹੈ ਤੇ ਇਹ ਨੈਚੁਰਲੀ ਪ੍ਰੋਸੈਸ ਹੈ ਕਿ ਅਸੀਂ ਸ਼ਹਿਰਾਂ ਦੇ ਵਿੱਚ ਵੀ ਜਾ ਕੇ ਪਾਰਟੀ ਦਾ ਆਧਾਰ ਵਧਾਉਣਾ ਹੈ ਜੀ। ਇਹ 'ਚ ਕੋਈ ਦੋ ਰਾਏ ਬਣਦੀ ਹੀ ਨਹੀਂ ਹੈ ਕਿ ਅਸੀਂ ਕਿਉਂ ਨਹੀਂ ਜਾਵਾਂਗੇ। ਸਾਡੇ 'ਚ ਕੀ ਕਮੀ ਹੈ ਕਿ ਜੇ ਅਸੀਂ ਸੇਵਾ ਕਰਨੀ ਸਾਰੇ ਪੰਜਾਬੀਆਂ ਦੀ ਤੇ ਅਸੀਂ ਕਿਉਂ ਨਾ ਜਾਵਾਂਗੇ ਸ਼ਹਿਰੀ ਭਰਾਵਾਂ ਕੋਲ ਵੋਟਾਂ ਮੰਗਣ। ਅਗਰ ਦੇਖਿਆ ਜਾਵੇ ਤਾਂ ਜਦੋਂ ਦੇ ਇੰਦਰ ਸੇਖੜੀ ਸਾਹਿਬ ਨੇ ਅਕਾਲੀ ਦਲ ਜੁਆਇਨ ਕੀਤੀ ਹੈ ਤੇ ਮੈਂ ਕਹਿੰਦਾ ਸ਼ਹਿਰ ਦੇ ਹਰ ਇੱਕ ਮੁਹੱਲੇ ਦੇ ਵਿੱਚ ਤਕੜੀ ਹੋ ਰਹੀ ਹੈ। ਔਰ ਬਕਾਇਦਾ ਜਦੋਂ ਇਹਨਾਂ ਦੇ ਇਸ ਵਾਰ ਟਿਕਟ ਜਦੋਂ ਮਿਲਣੀ ਆ ਉਸ ਤੋਂ ਬਾਅਦ ਤੁਸੀਂ ਆਪੇ ਦੇਖ ਲੈਣਾ ਕਿ ਤਕੜੀ ਨੂੰ ਕਿੱਦਾਂ ਠੱਪ ਕਰਕੇ ਜਿਹੜਾ ਵਾ ਮੋਹਰਾਂ ਦੇ ਨਾਲ ਨਵਾਜਿਆ ਜਾਂਦਾ। ਔਰ ਬਕਾਇਦਾ ਜਿੱਤ ਪੱਕੀ ਹੋਏਗੀ, ਜਿੱਤ ਯਕੀਨੀ ਹੋਏਗੀ ਇੰਦਰ ਸੇਖੜੀ ਜੀ ਦੀ। ਔਰ ਇਸ ਵੇਲੇ ਤੁਹਾਡਾ ਇੱਕ ਲਾਸਟ ਜਿਹੜਾ ਮੈਂ ਤੁਹਾਨੂੰ ਸਵਾਲ ਕਰਨਾ ਚਾਹਾਂਗਾ, ਤੁਹਾਡੇ ਪਿਤਾ ਜੀ ਦਾ ਕੋਈ ਸੁਪਨਾ ਜਿਹੜਾ ਤੁਸੀਂ ਪੂਰਾ ਕਰਨਾ ਚਾਹੋ? ਪਿਤਾ ਜੀ ਕੋਲੋਂ ਮੈਂ ਵਿਰਾਸਤ 'ਚ ਸੱਚਾਈ, ਇਮਾਨਦਾਰੀ ਔਰ ਆਪਣੀ ਜ਼ੁਬਾਨ ਦੇ ਪੱਕੇ ਰਹਿਣ ਵਾਲਾ ਜਿਹੜਾ ਗੁਣ ਹੈ ਉਹ ਗੁਟਕੀ ਲਈ ਹੈ ਉਹਨਾਂ ਕੋਲ। ਔਰ ਉਹਨਾਂ ਦੇ ਜਦੋਂ ਮੈਂ ਛੋਟਾ ਸੀ ਉਹਨਾਂ ਨੂੰ ਮੈਂ ਕੰਮ ਕਰਦੇ ਦੇਖਿਆ, ਔਰ ਉਹਨਾਂ ਦੀ ਇੱਕ ਸੇਵਾ ਦਾ ਇੱਕ ਉਹਨਾਂ ਦੇ ਅੰਦਰ ਇੱਕ ਜਜ਼ਬਾ ਸੀ ਜੀ। ਉਹ ਕਿਸੇ ਦੇ ਵੀ ਭਰਾ ਦੇ ਨਾਲ ਉੱਠ ਕੇ ਤੁਰ ਪੈਂਦੇ ਸੀ ਕੰਮ ਕਰਨ ਦੇ ਵਾਸਤੇ। ਔਰ ਮੇਰੇ ਦਿਮਾਗ 'ਚ ਹੁੰਦੇ ਹੈ ਕਿ ਜਿਹੜਾ ਮੇਰਾ ਭਾਈਚਾਰਾ ਹੈ, ਚਾਹੇ SC ਕੈਟੇਗਰੀ ਦਾ ਚਾਹੇ ਜਨਰਲ ਕੈਟੇਗਰੀ ਦਾ, ਇਹ ਜਿਹੜੇ ਦਫ਼ਤਰਾਂ 'ਚ ਧੱਕੇ ਖਾ ਕੇ ਜਲਾਲਤ ਕਰਨੀ ਪੈਂਦੀ ਹੈ, ਇਹ ਮੈਂ ਨਹੀਂ ਹੋਣ ਦੇਣੀ। ਇਹ ਮੇਰਾ ਪ੍ਰਾਈਮ ਇੱਕ ਰਹੇਗਾ। ਸਰਵਿਸ ਡੋਰ ਡਿਲੀਵਰੀ 'ਤੇ ਹੋਏਗੀ। MLA ਦੇ ਘਰ ਨਹੀਂ ਤੁਹਾਨੂੰ ਜਾਣਾ ਪਏਗਾ, MLA ਤੁਹਾਡੇ ਘਰ 'ਚ ਹੋਏਗਾ ਬਾਏ ਵੇ ਆਫ ਹਿਜ਼ ਵਰਕ। ਤੁਹਾਨੂੰ ਕਿਸੇ ਕੰਮ ਵਾਸਤੇ ਧੱਕੇ ਨਹੀਂ ਖਾਣੇ ਪੈਣਗੇ। ਸਾਡੀ ਪਾਰਟੀ ਨੇ ਇਹ ਏਜੰਡਾ ਵੀ ਰੱਖਿਆ ਸੀ, ਆਨਲਾਈਨ ਸਰਵਿਸਿਜ਼ ਜਿਹੜੀਆਂ ਲਾਂਚ ਕੀਤੀਆਂ ਸੀ, ਜਿਹੜੇ ਸੇਵਾ ਕੇਂਦਰ ਪੰਜਾਬ ਸਰਕਾਰ ਨੇ ਬੰਦ ਕਰਤੇ, ਕਾਂਗਰਸ ਗਵਰਨਮੈਂਟ ਨੇ, ਅਸੀਂ ਦੁਬਾਰਾ ਉਹ ਰੀਸਟਾਰਟ ਵੀ ਕਰਾਂਗੇ। ਬਟ ਇਹਦੇ ਇਲਾਵਾ ਵੀ ਸਾਰੇ ਆਫਿਸਰਸ ਉਹ ਘਰਾਂ ਦਫ਼ਤਰਾਂ 'ਚ ਕੰਮ ਨਹੀਂ ਕਰਨਗੇ, ਤੁਹਾਡੇ ਘਰਾਂ 'ਚ ਆ ਕੇ ਤੁਹਾਡੀਆਂ ਸਰਵਿਸਿਜ਼ ਪ੍ਰੋਵਾਈਡ ਕਰਨਗੇ। ਦੂਜਾ ਮੇਰਾ ਜਿਹੜਾ ਉਹਨਾਂ ਦੀ ਵਿਜ਼ਨ ਸੀ, ਉਹਨਾਂ ਨੇ ਇੰਡਸਟਰੀ ਨੂੰ ਬਹੁਤ ਅੱਗੇ ਲੈ ਗਏ ਸੀ। ਜਦੋਂ ਇੱਥੇ ਉਹਨਾਂ ਦੀ ਲੀਡਰਸ਼ਿਪ ਦੇ ਥੱਲੇ ਇੱਥੇ ਇੰਡਸਟਰੀ ਬਹੁਤ ਜ਼ਿਆਦਾ ਅੱਗੇ ਗਈ ਸੀ। ਹੁਣ ਵੀ ਮੇਰਾ ਇਹ ਏਜੰਡਾ ਹੋਏਗਾ ਇੰਡਸਟਰੀ ਨੂੰ ਅੱਗੇ ਲਿਜਾਵਾਂ। ਇੰਡਸਟਰੀ ਦੇ ਵਿੱਚ ਵਰਸੈਟਿਲਿਟੀ, ਚੇਂਜ ਇਨ ਟਾਈਮ ਦੇ ਨਾਲ ਜਿਹੜੀ ਨਵੀਂ ਇੰਡਸਟਰੀ ਬਟਾਲੇ ਸ਼ਹਿਰ 'ਚ ਆਉਣੀ ਚਾਹੀਦੀ, ਉਹ ਵੀ ਆਉਣੀ ਚਾਹੀਦੀ। ਬੱਚਿਆਂ ਲਈ ਜਿਹੜੇ ਨਵੇਂ ਇਨਫਰਾਸਟ੍ਰਕਚਰ ਦੀ ਜ਼ਰੂਰਤ ਆ ਉਹ ਸਾਨੂੰ ਡਿਵੈਲਪ ਕਰਕੇ ਦੇਣੇ ਪੈਣਗੇ। ਉਹ ਗਵਰਨਮੈਂਟਸ ਹੀ ਕਰ ਸਕਦੇ ਆ, ਕੋਈ ਪ੍ਰਾਈਵੇਟ ਸੈਕਟਰ ਨਹੀਂ ਕਰ ਸਕਦਾ ਜੀ। ਇਹ ਬੇਸ ਮੈਨੂੰ ਬਣਾ ਕੇ ਦੇਣਾ ਪੈਣਾ ਚਾਹੀਦਾ। ਇਹ ਮੇਰਾ ਡਰੀਮ ਹੈ। ਸਿਟੀ ਸੈਂਟਰ ਹੋਵੇ, ਬੱਚੇ ਨੂੰ ਇੱਥੇ ਮੇਰੀ ਕੋਈ ਵੀ ਇੱਕ ਬੱਚਾ ਮੇਰਾ ਰਵੇ, ਇੱਕ ਉਹਦੀ ਫੈਮਿਲੀ ਹੋਵੇ, ਵਧੀਆ ਸਕੂਲ ਹੋਣੇ ਚਾਹੀਦੇ। ਸਾਡੇ ਕੋਲ ਗਵਰਨਮੈਂਟ ਦੇ ਬੇਟਾ ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਸਾਡੇ ਜਿਹੜੇ ਗਵਰਨਮੈਂਟ ਸਕੂਲ ਫॉर ਬॉयਜ਼ ਨੇ ਉਹ 2-2 ਮਰਲਿਆਂ 12-12 ਮਰਲੇ 15-15 ਮਰਲੇ ਹਾਈ ਸਕੂਲ ਨੇ ਜੀ। ਜਦ ਕਿ ਇਦਾਂ ਲੱਗਦਾ ਜਿੱਦਾਂ ਭੇਡਾਂ ਨਹੀਂ ਇਕੱਠੀਆਂ ਕੀਤੀਆਂ ਹੁੰਦੀਆਂ। ਮੈਂ ਹੀ ਤੁਹਾਨੂੰ ਦੱਸਣਾ ਚਾਹੁੰਦਾ ਬੇਟਾ ਕਿ ਅਸੀਂ ਕਰੋੜਾਂ ਰੁਪਏ ਉਹਨਾਂ ਦੀ ਪੇਂਟਿੰਗਾਂ ਦੇ ਉੱਤੇ ਤੇ ਉਹਨਾਂ ਨੂੰ ਰੀਸਟਰਕਚਰ ਕਰਨ 'ਤੇ ਲਾਉਣੇ ਆ। ਇੱਕ ਇਨਫਰਾਸਟ੍ਰਕਚਰ ਵਧੀਆ ਬਣਾ ਕੇ ਜਿੱਥੇ ਅਸੀਂ 5,000-10,000 ਬੱਚਾ ਇਕੱਠਾ ਨਾ ਪੜ੍ਹਾ ਸਕੀਏ, ਉਹੋ ਜਿਹਾ ਇਨਫਰਾਸਟ੍ਰਕਚਰ ਕਿਉਂ ਨਹੀਂ ਬਣਿਆ ਸਾਡੇ ਬਟਾਲੇ? ਇਹ ਵਿਜ਼ਨ ਮੇਰੀ ਹੈ। ਬੈਸਟ ਐਜੂਕੇਸ਼ਨ ਹੋਣੀ ਚਾਹੀਦੀ ਹੈ, ਹਾਇਰ ਅਪ ਟੂ ਹਾਇਰ ਐਜੂਕੇਸ਼ਨ ਲੈਵਲ ਤੱਕ। ਬੈਸਟ ਹੈਲਥ ਸਿਸਟਮ ਹੋਣਾ ਚਾਹੀਦਾ। ਜੌਬ ਓਰੀਐਂਟੇਸ਼ਨ ਜਿਹੜੇ ਹੈ ਸਾਰੀ ਇੰਡਸਟਰੀ ਚੱਲਣੀ ਚਾਹੀਦੀ ਹੈ। ਇਹ ਇੰਡਸਟਰੀ ਸਾਰੀ ਚੱਲੇ ਤੇ ਮੇਰਾ ਬਟਾਲਾ ਸ਼ਹਿਰ ਦਾ, ਨਾਟ ਓਨਲੀ ਬਟਾਲਾ ਸ਼ਹਿਰ ਦਾ, ਮੇਰੇ ਆਲੇ ਦੁਆਲੇ ਪਿੰਡਾਂ ਤੋਂ 40-50 ਹਜ਼ਾਰ ਬੰਦੇ ਨੂੰ ਅਸੀਂ ਇੱਥੇ ਐਮਪਲੋਇਮੈਂਟ ਦੇ ਸਕਦੇ ਹਾਂ, ਜਿਹੜੀ ਕਿ ਅਸੀਂ ਅੱਗੇ ਦਿੰਦੇ ਰਹੇ ਹਾਂ। ਅਸੀਂ ਉਸ ਤੋਂ ਵਧਾ ਨਹੀਂ ਪਾਏ, ਰਾਦਰ ਅਸੀਂ ਘੱਟ ਗਏ ਹਾਂ। ਸਾਡੇ ਬਟਾਲੇ ਦੇ ਆਲੇ ਦੁਆਲੇ ਜਿੰਨੇ ਸਾਡੇ ਭਰਾ ਸੀ ਉਹ ਵੱਡੇ ਸ਼ਹਿਰਾਂ ਜਾ ਕੇ ਹੁਣ ਕੰਮ ਕਰਨ ਲੱਗ ਪਿਆ। ਸਾਡੇ ਬਟਾਲੇ ਦੇ ਵਿੱਚ ਕੰਮ ਦੀ ਕਮੀ ਦੇਖਿਆ ਜਾਵੇ ਤਾਂ ਪਹਿਲਾਂ ਗੱਲ ਹੁੰਦੀ ਕਹਿੰਦੇ ਬੀਕੋ ਦੇ ਵਿੱਚ ਬੜੇ ਲੋਕੀ ਕੰਮ ਕਰਦੇ ਹੁੰਦੇ। ਬੀਕੋ ਦਾ ਬੜਾ ਨਾਂ ਹੁੰਦਾ ਏਸ਼ੀਆ ਦੇ ਵਿੱਚ। ਇਹ ਮੈਂ ਤੁਹਾਨੂੰ ਕਹਿ ਰਿਹਾ, ਬਹੁਤ ਵੱਡੀਆਂ ਇੰਡਸਟਰੀਆਂ ਬੰਦ ਹੋਈਆਂ ਬਟਾਲੇ ਸ਼ਹਿਰ 'ਚ। ਉਹਦਾ ਰੀਜ਼ਨ ਤੁਹਾਨੂੰ ਦੱਸਿਆ ਮੈਂ। ਕਈ ਇਹ ਗਵਰਨਮੈਂਟ ਦੀਆਂ ਜਿਹੜੀਆਂ
ਪਾਲਿਸੀਜ਼? ਗਵਰਨਮੈਂਟ ਨੇ ਸਾਨੂੰ ਪੈਟਰਨਾਈਜ਼ ਕਰਨਾ ਹੀ ਬੰਦ ਕਰ ਦਿੱਤਾ। ਉਹ ਇਹ ਸਮਝਦੇ ਨੇ ਕਿ ਇੱਕ ਤਾਂ ਸਾਡੀ ਕੋਈ ਗੱਲ ਕਰਨ ਵਾਲਾ ਕੋਈ ਨਹੀਂ, ਸਾਡਾ ਲੀਡਰ ਉੱਥੇ ਹੱਕ ਮੰਗ ਕੇ ਲਿੱਤੇ ਜਾਂਦੇ ਨੇ। ਅਸੀਂ ਕੋਈ ਕਿਸੇ ਵਾਸਤੇ ਕੋਈ ਚੀਜ਼ ਮੰਗਣ ਜਾਂ ਕੋਈ ਅਸੀਂ ਗਲਤ ਕੰਮ ਕਰਨੇ, ਅਸੀਂ ਤਾਂ ਆਪਣੀ ਇੰਡਸਟਰੀ ਨੂੰ ਚਲਾਉਣ ਵਾਸਤੇ, ਰੋਜ਼ਗਾਰੀ ਵਧਾਉਣ ਵਾਸਤੇ ਹੀ ਰਾਈਟ ਮੰਗਨੇ ਜੀ, ਤੇ ਸਾਨੂੰ ਮਿਲਣੇ ਚਾਹੀਦੇ ਨੇ, ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ। ਜੇ ਕੋਈ ਪਾਲਿਸੀ ਜਿਹੜੀ ਇਹ ਗਵਰਨਮੈਂਟ ਪੈਟਰੋਲੀਅਮ ਪ੍ਰੋਡਕਟ 'ਤੇ ਲਾ ਸਕਦੀ, ਸਟੀਲ 'ਤੇ ਕਿਉਂ ਨਹੀਂ ਲਾਉਂਦੀ? ਜੇ ਉਹੀ ਪਾਲਿਸੀ ਕਾਰਪੋਰੇਟ ਸੈਕਟਰ ਲਾ ਸਕਦੇ, ਤੁਸੀਂ ਰਿਲਾਇੰਸ ਦਾ ਉਹਦੇ ਜਿਹੜੇ ਫਾਈਬਰ ਵੇਚਦਾ ਜਾਂ ਉਹ ਪਲਾਸਟਿਕ ਦੇ ਦਾਣੇ ਵੇਚਦਾ, ਉਹਦਾ ਕੋਈ ਦਾਣਾ ਹਿੰਦੁਸਤਾਨ 'ਚ ਸਾਰੇ ਇੱਕੋ ਭਾਅ ਦੇ ਵਿਕਦਾ। ਟ੍ਰੇਡ ਇਕੁਅਲਾਈਜੇਸ਼ਨ ਹੋਈ ਨਾ ਉੱਥੇ, ਤੇ ਸਟੀਲ 'ਤੇ ਕਿਉਂ ਨਹੀਂ? ਸਾਨੂੰ ਕਿਉਂ ਮਾਰਿਆ ਜਾ ਰਿਹਾ? ਕਿਉਂਕਿ ਅਸੀਂ ਪੰਜਾਬੀ ਜਿਹੜੇ ਹਾਰਡ ਵਰਕਿੰਗ ਬੰਦੇ ਹਾਂ, ਔਰ ਸਾਨੂੰ ਕੋਈ ਕੰਪੀਟ ਨਹੀਂ ਕਰ ਸਕਦਾ ਮਿਹਨਤ 'ਚ। ਸਾਨੂੰ ਮਾਰਿਆ ਜਾ ਰਿਹਾ ਵਿਦ ਡਿਜ਼ਾਈਨ। ਇਹ ਜਿਹੜੀ ਪਾਲਿਸੀ ਹੈ, ਸੈਂਟਰਲ ਗਵਰਨਮੈਂਟ ਨੇ 3 ਕਾਨੂੰਨ ਪਾਸ ਕੀਤੇ ਨੇ, ਇਹ ਵੀ ਸਾਨੂੰ ਪੰਜਾਬੀਆਂ ਨੂੰ ਮਾਰਨ ਵਾਸਤੇ। ਸਾਡੇ ਜਿਹੜੇ ਮਿਹਨਤੀ ਭਰਾ ਨੇ, ਚਾਹੇ ਹਰਿਆਣਾ ਦੇ ਨੇ, ਚਾਹੇ ਵੈਸਟਰਨ ਯੂਪੀ ਦੇ ਨੇ, ਇਹਨਾਂ ਸਾਰਿਆਂ ਨੂੰ ਖਤਮ ਕਰਨ ਵਾਸਤੇ ਹੀ ਇਹ ਪਾਲਿਸੀਆਂ ਬਣਾਈਆਂ ਜਾ ਰਹੀਆਂ। ਇਹ ਗੱਲ ਜਿਹੜੀ ਹੈ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਣੀ। ਇਹ ਅਸੀਂ ਬਿਲਕੁਲ ਚੇਂਜ ਕਰਾਵਾਂਗੇ। ਹਰ ਹਾਲਤ 'ਚ ਸਾਡੀ ਸਰਕਾਰ ਜਿਹੜੀ ਬਣਦੀ ਹੈ, ਅਸੀਂ ਇਹ ਜਿਹੜੀਆਂ ਗਲਤ ਕਾਨੂੰਨ ਬਣੇ ਜਾਂ ਗਲਤ ਪਾਲਿਸੀਆਂ ਬਣੀਆਂ, ਇਹਨਾਂ ਨੂੰ ਚੇਂਜ ਕਰਵਾਵਾਂਗੇ। ਸੋ ਇਹ ਸਨ ਸਾਡੇ ਨਾਲ ਇੰਦਰ ਸੇਖੜੀ, ਜਿਨ੍ਹਾਂ ਨੇ 3 ਕਾਨੂੰਨਾਂ ਦਾ ਬੜਾ ਕੜਾਰਾ ਵਿਰੋਧ ਕੀਤਾ, ਔਰ ਜਦੋਂ ਵੀ ਸਰਕਾਰ ਆਉਂਦੀ ਆ ਇਹ ਬਕਾਇਦਾ ਇਹ 3 ਕਾਨੂੰਨ ਜਿਹੜੇ ਆ ਲਾਗੂ ਨਹੀਂ ਹੋਣ ਦੇਣਗੇ। ਸੋ ਸਾਡਾ ਇਹ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ ਜ਼ਰੂਰ ਕਮੈਂਟ ਕਰਕੇ ਦੱਸਣਾ, ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ। ਸੋ ਅਗਲੀ ਵਾਰੀ ਫਿਰ ਕਿਸੇ ਨਵੇਂ ਸ਼ਖਸੀਅਤ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ। ਤਦ ਤੱਕ ਲਈ ਧੰਨਵਾਦ। ਜੈ ਹਿੰਦ, ਜੈ ਭਾਰਤ।